ਵਾਹਿਗੁਰੂ 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 ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹਲਾ ਤੀਜਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪ੍ਰਭ ਸਚੜਾ ਹਰ ਸਾਲਾਹੀਐ, ਕਾਰਜ ਸਭ ਕਿਛ ਕਰਣਾ ਜੋਗ। ਸਾ ਧਨ ਰੰਡ ਨਾ ਕਬਹੂ ਬੈਸਈ, ਨਾ ਕਦੇ ਹੋਵੈ ਸੋਗ। ਪ੍ਰਭ ਸਚੜਾ ਹਰ ਸਾਲਾਹੀਐ, ਕਾਰਜ ਸਭ ਕਿਛ ਕਰਣਾ ਜੋਗ। ਸਾ ਧਨ ਰੰਡ ਨਾ ਕਬਹੂ ਬੈਸਈ, ਨਾ ਕਦੇ ਹੋਵੈ ਸੋਗ। ਨਾ ਕਦੇ ਹੋਵੈ ਸੋਗ, ਅਨ ਦਿਨ ਰਸ ਭੋਗ। ਸਾ ਧਨ ਮਹਿਲ ਸਮਾਣੀ, ਜਿਨ ਪ੍ਰਿਯੋ ਜਾਤਾ ਕਰਮ ਵਿਦਾਤਾ। ਬੋਲੇ ਅੰਮ੍ਰਿਤ ਬਾਣੀ, ਗੁਣਵੰਤੀਆ ਗੁਣ ਸਾਰਹਿ। ਆਪਣੇ ਕੰਤ ਸੰਭਾਲਹਿ, ਨਾ ਕਦੇ ਲੱਗਾ ਵਿਜੋਗੋ। ਸਚੜਾ ਪਿਰ ਸਾਲਾਹੀਐ, ਸਭ ਕਿਛ ਕਰਣਾ ਜੋਗੋ। ਗੁਣਵੰਤੀਆ ਗੁਣ ਸਾਰਹਿ, ਆਪਣੇ ਕੰਤ ਸੰਭਾਲਹਿ। ਨਾ ਕਦੇ ਲੱਗਾ ਵਿਜੋਗੋ। ਸਚੜਾ ਪਿਰ ਸਾਲਾਹੀਐ, ਸਭ ਕਿਛ ਕਰਣਾ ਜੋਗੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਾਬਰ ਛਤਰ ਤਖਤ ਦੇ ਮਾਲਕ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਸਦਕਾ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਸਦਕਾ ਆਪ ਜੀ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਅੰਮ੍ਰਿਤ ਵੇਲੇ ਬੜਹੰਸ ਰਾਗ ਦੇ ਅੰਦਰ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਹੋਈ
ਰੱਬੀ ਕਲਾਮ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠ ਕੇ ਸ਼ਰਾਵਣ ਕੀਤਾ ਹੈ, ਜੋ ਦਾਤਾ ਜੀ ਦਾ ਹੁਕਮ ਬਖਸ਼ਿਸ਼ ਹੋਇਆ। ਆਓ ਸਤਿਗੁਰੂ ਜੀ ਨੇ ਅੱਜ ਦੇ ਹੁਕਮ ਅੰਦਰ ਸਾਡੇ ਅਗਿਆਨੀ ਲੋਕਾਂ ਨੂੰ, ਨਾ ਸਮਝ ਲੋਕਾਂ ਨੂੰ ਗਿਆਨ ਦੀ ਅੰਮ੍ਰਿਤ ਦੀ ਵਰਖਾ ਕਰਕੇ ਸਤਿਗੁਰੂ ਜੀ ਨੇ ਗਿਆਨ ਦੀ ਵਰਖਾ ਕਰਕੇ ਸਮਝਾਉਣ ਦੀ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਜੀ ਅੱਜ ਦੇ ਹੁਕਮਨਾਮੇ ਦੇ ਅੰਦਰ ਬਖਸ਼ਿਸ਼ ਕਰਦੇ ਇਹ ਗੱਲ ਕਹਿੰਦੇ ਹੈ ਕਿ ਇੱਕ ਅਕਾਲ ਪੁਰਖ ਵਾਹਿਗੁਰੂ ਹੀ ਸੱਚ ਹੈ, ਜੋ ਆਦ ਸੱਚ, ਜੁਗਾਦ ਸੱਚ ਹੈ, ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਬਾਕੀ ਜੋ ਆਪਾਂ ਸੰਸਾਰ ਦੇ ਅੰਦਰ ਵੇਖ ਰਹੇ ਹਾਂ, ਭਾਵੇਂ ਉਹ ਦੁਨੀਆ ਦੇ ਅੰਦਰ ਪਦਾਰਥਵਾਦ ਦੀ ਗੱਲ ਹੋਵੇ, ਭਾਵੇਂ ਉਹ ਦੁਨੀਆ ਦੇ ਅੰਦਰ ਕਿਸੇ ਪੀਰ ਦਾ ਜ਼ਿਕਰ ਹੋਵੇ, ਭਾਵੇਂ ਉਹ ਦੁਨੀਆ ਦੇ ਅੰਦਰ ਰਹਿਬਰ ਦੀ ਗੱਲ ਹੋਵੇ, ਭਾਵੇਂ ਕਿਸੇ ਦੇ ਗੁਰੂ ਦਾ ਜ਼ਿਕਰ ਹੋਵੇ, ਸਤਿਗੁਰੂ ਜੀ ਕਹਿੰਦੇ ਆ ਇੱਕ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਸਭ ਕੁਝ ਚਲਾਏਵਾਨ ਹੈ, ਸਭ ਕੁਝ ਬਿਨਸਨਹਾਰ ਹੈ। ਇਸ ਲਈ ਉਸ ਸੱਚੜੇ ਦੇ ਨਾਲ, ਉਸ ਵਾਹਿਗੁਰੂ ਦੇ ਨਾਲ ਜੁੜਨਾ ਕਰ, ਜਿਸ ਦੀ ਪ੍ਰੀਤ ਲਾਇਆ ਨਿਭਦੀ ਨਹੀਂ, ਜਿਸ ਨੂੰ ਆਪਣਾ ਗੁਰੂ ਮੰਨ ਕੇ ਬੈਠਾ ਉਹ ਇੱਕ ਦਿਨ ਧੋਖਾ ਦੇਵੇਗਾ, ਛੱਡ ਕੇ ਜਾਵੇਗਾ। ਇਸ ਲਈ ਜੇ ਸੁਹਾਗਣ ਸਦੀ ਵੀ ਬਣਨਾ ਹੈ ਜੀਵ ਆਤਮਾ, ਤੇ ਇੱਕ ਸਦੀ ਵੀ ਪਰਮਾਤਮਾ ਨੂੰ ਆਪਣੇ ਹਿਰਦੇ ਦੇ ਵਿੱਚ ਜਗ੍ਹਾ ਦੇ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਕਰ। ਉਸ ਅਕਾਲ ਪੁਰਖ ਵਾਹਿਗੁਰੂ ਨੇ ਲੱਖਾਂ ਹੀ ਜੀਵ ਪੈਦਾ ਕੀਤੇ ਹੈ, ਪਰ ਸਤਿਗੁਰੂ ਜੀ ਕਹਿੰਦੇ ਹੈ ਨਾ ਉਹ ਸਾਡੇ ਵਾਂਗ ਪੈਦਾ ਹੁੰਦਾ ਹੈ ਤੇ ਨਾ ਉਹ ਸਾਡੇ ਵਾਂਗ ਬਿਨਸਦਾ ਹੈ। ਇਸੇ ਲਈ ਜੇ ਸਦੀ ਵੀ ਸੁਹਾਗਣ ਬਣਨਾ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਰਿਸ਼ਤਾ ਬਣਾ, ਉਸ ਵਾਹਿਗੁਰੂ ਦੇ ਨਾਲ ਪ੍ਰੀਤ ਬਣਾ, ਦਰ ਦਰ ਦੇ ਭਿਖਾਰੀ ਨਾ ਬਣ। ਤੇ ਸਤਿਗੁਰੂ ਜੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਚਨ ਕਰਦੇ ਆ, ਕਹਿੰਦੇ ਆਪਣੀ ਰਸਨਾ ਤੋਂ, ਆਪਣੇ ਹਿਰਦੇ ਤੋਂ ਸਤਿਗੁਰੂ ਦੇ ਚਰਨਾਂ ਵਿੱਚ ਜਾ ਕੇ ਅਰਦਾਸ ਕਰ ਕਿ ਦਾਤਾ ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਸਾਡੀ ਇੱਜ਼ਤ ਨੂੰ ਰੱਖਣ ਵਾਲਾ ਸਾਡਾ ਹੀ ਰਾਜਾ ਤੂੰ ਹੈ। ਸੋ ਸਤਿਗੁਰੂ ਜੀ ਨੇ ਅੱਜ ਦਾ ਜੋ ਮੁਬਾਰਕ ਵਚਨ ਬਖਸ਼ਿਸ਼ ਕੀਤਾ, ਜਿੱਥੇ ਆਪਾਂ ਸ਼ਬਦ ਦੀ ਵਿਚਾਰ ਕਰਾਂਗੇ ਉੱਥੇ ਨਾਲ ਹੀ ਬ੍ਰਹਮ ਗਿਆਨੀ, ਸੰਤ ਮਹਾਪੁਰਸ਼, ਆਨੰਦ ਸੇਵਕ, ਸਤਿਕਾਰਯੋਗ ਬਾਬਾ ਬੁੱਢਾ ਜੀ, ਜਿਨ੍ਹਾਂ ਨੇ 125 ਸਾਲਾਂ ਦੇ ਵਿੱਚੋਂ ਤਕਰੀਬਨ 113 ਸਾਲ ਦਾ ਜ਼ਿੰਦਗੀ ਦਾ ਸਫ਼ਰ ਸਤਿਗੁਰੂ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਵਿੱਚ ਰਹਿ ਕੇ ਗੁਜ਼ਾਰਿਆ ਹੈ। ਸੋ ਆਓ ਸਤਿਗੁਰੂ ਜੀ ਦੇ ਮੁਬਾਰਕ ਵਚਨ ਨੂੰ ਜਿੱਥੇ ਆਪਾਂ ਸ਼ਰਾਵਣ ਕੀਤਾ ਹੈ, ਉੱਥੇ ਨਾਲ ਹੀ ਸਤਿਕਾਰਯੋਗ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਜੀਵਨ ਨੂੰ ਵੀ ਥੋੜਾ ਜਿਹਾ ਤੁੰਬਣ ਦੀ ਕੋਸ਼ਿਸ਼ ਕਰਾਂਗੇ। ਆਓ ਸਾਰੀ ਸੰਗਤ ਪਿਆਰ ਦੀਆਂ ਸਾਂਝਾਂ ਬਣਾਈਏ। ਆਰੰਭਤਾ ਕਰਾਂ ਤੇ ਫਤਿਹ ਪ੍ਰਵਾਨ ਕਰਿਓ ਜੀ। ਬੋਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਵਡ ਹੰਸ ਮਹੱਲਾ ਤੀਜਾ। ਬੜਹੰਸ 31 ਰਾਗਾਂ ਦੇ ਵਿੱਚੋਂ ਇੱਕ ਰਾਗ ਹੈ, ਜਿਸ ਦੇ ਗਾਉਣ ਦਾ ਸਮਾਂ ਜੋ ਬਾਹਰ ਦੁਪਹਿਰ ਹੈ ਤੇ ਰਾਤ ਨੂੰ ਤੀਜੇ ਪਹਿਰ ਗੈਨ ਕੀਤਾ ਜਾਂਦਾ ਹੈ। ਬੜਹੰਸ ਰਾਗ ਰਾਗੀ ਜੋ ਗੈਨ ਕਰਦੇ ਹੈ। ਮਹੱਲਾ ਤੀਜਾ, ਮਹੱਲਾ ਦਾ ਅਰਥ ਹੁੰਦਾ ਹੈ ਸਰੀਰ, ਤੀਜੇ ਦਾ ਅਰਥ ਹੈ ਧੰਨ ਧੰਨ ਗੁਰੂ ਅਮਰਦਾਸ ਪਾਤਸ਼ਾਹ। ਇੱਥੇ 2 ਵਾਰੀ ਸ਼ਬਦ ਲਿਖਿਆ ਹੈ, ਬੜਹੰਸ ਮਹੱਲਾ ਤੀਜਾ, ਤੇ ਅਗਲਾ ਸ਼ਬਦ ਪਾਇਆ ਹੈ ਮਹੱਲਾ ਤੀਜਾ। ਸੋ ਗ੍ਰੰਥੀ ਸਾਹਿਬਾਨਾਂ ਨੇ ਜੋ ਸ਼ਬਦ ਪੜ੍ਹਿਆ ਹੈ ਉਹ ਇੱਕ ਵਾਰੀ ਪੜ੍ਹਿਆ, ਕਿਉਂਕਿ ਸਤਿਗੁਰੂ ਜੀ ਨੇ ਸਾਨੂੰ ਦੱਸਣਾ ਕੀਤਾ ਹੈ ਕਿ ਇਸ ਸ਼ਬਦ ਨੂੰ ਮਹੱਲਾ ਤੀਜਾ ਕਹਿਣਾ ਹੈ, ਨਾ ਕਿ ਮਹੱਲਾ 3 ਕਹਿਣਾ ਹੈ। ਇਸ ਲਈ ਇੱਕ ਪਾਸੇ ਸ਼ਬਦ ਇਹੀ ਉਚਾਰਿਆ ਗਿਆ ਹੈ, ਬੜਹੰਸ ਮਹੱਲਾ ਤੀਜਾ। ਤੇ ਮਹੱਲਾ ਤੀਜਾ ਕਿਉਂ ਨਹੀਂ ਉਚਾਰਿਆ ਗਿਆ? ਕਿਉਂਕਿ ਇਹ ਸੰਕੇਤ ਹੈ, ਸਤਿਗੁਰੂ ਜੀ ਨੇ ਸਾਨੂੰ ਦੱਸਿਆ ਕਿ ਮਹੱਲਾ 3 ਨਹੀਂ ਉਚਾਰਨਾ, ਮਹੱਲਾ ਤੀਜਾ ਉਚਾਰਨਾ ਹੈ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਓੰਕਾਰ, ਇੱਕ ਅਕਾਲ ਪੁਰਖ ਵਾਹਿਗੁਰੂ ਜੋ ਸਦੀ ਵੀ ਹੈ, ਉਸ ਦੀ ਜੇ ਪ੍ਰਾਪਤੀ ਕਰਨੀ ਹੈ ਤੇ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਆ ਕੇ ਅਰਦਾਸ ਕਰ। ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਸਤਿਗੁਰੂ ਦੀ ਕਿਰਪਾ ਦੁਆਰਾ ਹੀ ਹੁੰਦੀ ਹੈ। ਪ੍ਰਭ ਸਚੜਾ ਹਰ ਸਾਲਾਹੀਐ, ਕਾਰਜ ਸਭ ਕਿਛ ਕਰਣਾ ਜੋਗ। ਪ੍ਰਭ ਸੱਚੜਾ, ਸਦਾ ਰਹਿਣ ਵਾਲਾ ਅਕਾਲ ਪੁਰਖ ਵਾਹਿਗੁਰੂ। ਮਾਲਿਕ ਕਹਿੰਦੇ ਆ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਧਿਆਉਣਾ ਕਰ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਧਿਆਉਣਾ ਕਰ ਜੋ ਕਾਰਜ ਸਭ ਕਿਛ ਕਰਨਾ ਜੋਗ। ਵੇਖੋ ਜੋਗ ਸ਼ਬਦ ਬੜੀ ਮਹੱਤਤਾ ਰੱਖਦਾ ਹੈ। ਹਰ ਇੱਕ ਬੰਦਾ ਹਰ ਕਾਰਜ ਦੇ ਯੋਗ ਨਹੀਂ ਹੁੰਦਾ। ਕੋਈ ਬੰਦਾ ਪਾਠ ਕਰ ਸਕਦਾ, ਕੋਈ ਨਹੀਂ ਕਰ ਸਕਦਾ। ਕੋਈ ਬੰਦਾ ਇੰਜੀਨੀਅਰ ਬਣ ਕੇ ਕੋਈ ਮਸ਼ੀਨਰੀ ਨੂੰ ਠੀਕ ਕਰ ਸਕਦਾ, ਕੋਈ ਨਹੀਂ ਠੀਕ ਕਰ ਸਕਦਾ। ਕੋਈ ਸਾਇੰਸ ਪੜ੍ਹ ਸਕਦਾ, ਕੋਈ ਨਹੀਂ ਪੜ੍ਹ ਸਕਦਾ। ਕੋਈ ਡਾਕਟਰ ਬਣ ਸਕਦਾ, ਕੋਈ ਨਹੀਂ ਬਣ ਸਕਦਾ। ਤੇ ਡਾਕਟਰ ਵੀ ਆਪਣੇ ਆਪਣੇ ਵਿਸ਼ਿਆਂ ਦੇ ਨਾਲ ਸੰਬੰਧਿਤ ਨੇ। ਹਰ ਇੱਕ ਡਾਕਟਰ ਹਰ ਇੱਕ ਚੀਜ਼ ਦਾ ਇਲਾਜ ਨਹੀਂ ਕਰ ਸਕਦਾ, ਕਿਉਂਕਿ ਹਰ ਇੱਕ ਬੰਦਾ ਹਰ ਇੱਕ ਚੀਜ਼ ਦੇ ਯੋਗ ਨਹੀਂ ਹੁੰਦਾ। ਤੇ ਇੱਕ ਅਕਾਲ ਪੁਰਖ ਵਾਹਿਗੁਰੂ ਸਭ ਕੁਝ ਕਰਨ ਯੋਗ ਹੈ, ਸਾਰੇ ਕਾਰਜ ਕਰਨ ਯੋਗ ਹੈ। ਜੇ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਆ ਕੇ ਅਰਦਾਸ ਕਰੇਗਾ ਜੋ ਭਾਵਨਾ ਰੱਖ ਕੇ, ਪਰ ਮੈਂ ਬੇਨਤੀ ਕਰਦਾ ਕਿ ਭਾਵਨਾ ਗੁਰੂ ਦੀ ਮਰਜ਼ਾਦਾ ਦੇ ਵਿੱਚ ਹੋਵੇ, ਭਾਵਨਾ ਗੁਰਮਤ ਦੇ ਵਿੱਚ ਹੋਵੇ। ਕੋਈ ਬੰਦਾ ਸੁਖਮਨੀ ਸਾਹਿਬ ਦਾ ਪਾਠ ਕਰਕੇ ਕਵੇ ਕਿ ਇਹ ਅਕਾਲ ਪੁਰਖ ਵਾਹਿਗੁਰੂ ਮੇਰੇ ਗੁਆਂਢੀ ਨੂੰ ਦੁਨੀਆ ਤੋਂ ਖਤਮ ਕਰ ਦੇ, ਇਹ ਭਾਵਨਾ ਪੂਰੀ ਨਹੀਂ ਹੋਵੇਗੀ। ਕਿਉਂਕਿ ਅਰਦਾਸ ਦੇ ਆਖਰੀ ਬੰਦ ਅੰਦਰ ਆਪਾਂ ਇਹ ਸ਼ਬਦ ਪੜ੍ਹਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਜੋ ਗੁਰੂ ਦੇ ਭਾਣੇ ਵਿੱਚ ਹੈ, ਜੋ ਗੁਰੂ ਦੀ ਮਰਜ਼ਾਦਾ ਵਿੱਚ ਹੈ, ਉਹ ਆ ਕੇ ਅਰਦਾਸ ਕਰੇਗਾ। ਸਤਿਗੁਰੂ ਜੀ ਬਖਸ਼ਿਸ਼ਾਂ ਕਰਦੇ ਹੈ ਕਿ ਅਕਾਲ ਪੁਰਖ ਵਾਹਿਗੁਰੂ ਉਹ ਭਾਵਨਾ ਨੂੰ ਫੜ ਲਾਵੇਗਾ, ਉਹ ਤੇਰੀਆਂ ਭਾਵਨਾ ਪੂਰੀਆਂ ਕਰਨਗੇ। ਤੇ ਪਿਆਰਿਓ ਜਿਹੜੇ ਸੱਚੇ ਮਾਲਕ ਨਾਲ ਜੁੜੇ ਹੈ, ਮੈਂ ਬੇਨਤੀ ਕੀਤੀ ਸੀ ਬ੍ਰਹਮ ਗਿਆਨੀ ਸੰਤ ਮਹਾਂਪੁਰਸ਼ ਆਨੰਦ ਸਿੱਖ ਬਾਬਾ ਬੁੱਢਾ ਜੀ, 12 ਸਾਲ ਦੀ ਉਮਰ ਸਤਿਗੁਰੂ ਨਾਨਕ ਦੇ ਪਾਤਸ਼ਾਹ ਜੀ ਕੱਥੂ ਨੰਗਲ ਦੇ ਖੇਤਾਂ ਦੇ ਵਿੱਚ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਅਕਾਲ ਪੁਰਖ ਵਾਹਿਗੁਰੂ ਦੇ ਪਿਆਰ ਵਿੱਚ ਭਿੱਜ ਕੇ ਭਾਈ ਮਰਦਾਨਾ ਜੀ ਰਵਾਬ ਵਜਾਉਂਦੇ ਹੈ ਤੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਜੀ ਪਿਆਰੇ ਦੇ ਪਿਆਰ ਵਿੱਚ ਬੈਠ ਕੇ ਮਿੱਠੜੇ ਜੇ ਗੀਤ ਗਾਉਂਦੇ ਹੈ। ਇਸ ਮਿੱਠੜੇ ਜੇ ਗੀਤਾਂ ਨੇ, ਰੱਬੀ ਬਾਣੀ ਨੇ, ਧੁਰ ਕੀ ਬਾਣੀ ਨੇ, ਇਲਾਹੀ ਬਾਣੀ ਨੇ, ਖਸਮ ਦੀ ਬਾਣੀ ਨੇ 12 ਸਾਲਾਂ ਦੇ ਬੱਚੇ ਨੂੰ ਮੋਹਤ ਕਰ ਦਿੱਤਾ ਹੈ।
ਪਿਆਰ ਦੀਆਂ ਤੰਦਾਂ ਨੇ ਸਤਿਗੁਰੂ ਦੇ ਨੇੜੇ ਲੈ ਕੇ ਆਂਦਾ ਹੈ। ਤੇ ਪਿਆਰਿਓ, ਇਹ ਬਾਲਕ ਜਿਨ੍ਹਾਂ ਦਾ ਨਾਮ ਸਤਿਕਾਰ ਦੇ ਨਾਲ ਬਚਪਨ ਵਿੱਚ ਬਾਬਾ ਬੂੜਾ ਜੀ ਕਿਹਾ ਜਾਂਦਾ ਹੈ, ਭਾਈ ਬੂੜਾ ਜੀ ਕਰਕੇ ਜਾਣਿਆ ਜਾਂਦਾ ਸੀ। ਸਤਿਗੁਰੂ ਨਾਨਕ ਦੇ ਪਾਤਸ਼ਾਹ ਦੇ ਦਰ ਤੇ ਆ ਕੇ ਇੱਕ ਬੇਨਤੀ ਕਰੀ, 12 ਸਾਲਾਂ ਦੀ ਉਮਰ ਵਿੱਚ ਸਤਿਗੁਰੂ ਆਪਣੇ ਚਰਨਾਂ ਦੇ ਨਾਲ ਜੋੜ ਲਵੋ। ਤੇ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਕਹਿਣ ਲੱਗੇ, ਉਮਰ ਬੜੀ ਨਿਆਣੀ ਹੈ, ਖੇਡਣ ਦਾ ਸਮਾਂ, ਬਚਪਨ ਦਾ ਸਮਾਂ, ਤੇ ਤੈਨੂੰ ਇਹ ਗੱਲ ਦੀ ਸੋਝੀ ਕਿਵੇਂ ਮਿਲ ਗਈ ਕਿ ਸਤਿਗੁਰੂ ਦੇ ਦਰ ਨਾਲ ਜੁੜ ਜਾਣਾ ਚਾਹੀਦਾ ਹੈ। ਤੇ ਪਿਆਰਿਓ, ਉਹਨਾਂ ਦੇ ਬੋਲ ਬਾਬਾ ਬੂੜਾ ਜੀ ਦੇ ਬਾ ਕਮਾਲ ਦੇ ਬੋਲ ਸੀ। ਕਹਿਣ ਲੱਗੇ, ਸਤਿਗੁਰੂ ਜੀ, ਸਾਡੇ ਨਗਰ ਦੇ ਵਿੱਚ ਇੱਕ ਡਾਕੂਆਂ ਨੇ ਡਾਕਾ ਮਾਰਿਆ। ਜਿੱਥੇ ਘਰਾਂ ਦੀਆਂ ਮੱਝਾਂ, ਜਿੱਥੇ ਘਰਾਂ ਦਾ ਸਮਾਨ, ਸੋਨਾ ਚਾਂਦੀ, ਪੈਸਾ ਧੇਲਾ ਉਹ ਲੁੱਟ ਕੇ ਲੈ ਗਏ ਹੈ। ਉੱਥੇ ਨਾਲ ਹੀ ਸਤਿਗੁਰੂ ਜੀ ਰਹਿੰਦੀਆਂ ਜਿਹੜੀਆਂ ਫਸਲਾਂ ਸੀ ਪੱਕੀਆਂ ਤੇ ਵੱਢਣੀਆਂ ਸੀ, ਪਰ ਕੱਚੀਆਂ ਵੀ ਵੱਢ ਕੇ ਲੈ ਗਏ। ਮੇਰੇ ਮਨ ਦੇ ਅੰਦਰ ਖਿਆਲ ਪੈਦਾ ਹੋਇਆ ਕਿ ਜਦੋਂ ਡਾਕਾ ਪੈਂਦਾ, ਨਾ ਕੱਚੀ ਵੇਖੀ ਜਾਂਦੀ ਹੈ, ਨਾ ਪੱਕੀ ਵੇਖੀ ਜਾਂਦੀ ਹੈ। ਸਤਿਗੁਰੂ ਜੀ, ਬਸ ਜਦੋਂ ਰੱਬ ਦਾ ਡਾਕਾ ਪੈਂਦਾ, ਨਾ ਕੱਚੀ ਵੇਖੀ ਜਾਂਦੀ ਹੈ, ਨਾ ਪੱਕੀ ਵੇਖੀ ਜਾਂਦੀ ਹੈ। ਪਤਾ ਨਹੀਂ ਸਰੀਰ ਦਾ ਕਦੋਂ ਬਿਨਸ ਜਾਵੇ। ਸਤਿਗੁਰੂ ਜੀ ਨੇ ਉੱਥੇ ਬਖਸ਼ਿਸ਼ਾਂ ਕੀਤੀਆਂ। ਸਤਿਗੁਰੂ ਜੀ ਕਹਿੰਦੇ, ਨਾ ਭਾਵੇਂ ਬੂੜਾ ਹੈ, ਪਰ ਗੱਲਾਂ ਬੁੱਢਿਆਂ ਵਾਲੀਆਂ, ਤੂੰ ਵਿਰਧ ਲੱਗਦਾ ਹੈ। ਤੇ ਇੱਥੇ ਗੁਰੂ ਨਾਨਕ ਦੇ ਦਰ ਅੱਗੇ ਉਮਰ ਨਹੀਂ ਵੇਖੀ ਜਾਂਦੀ। ਸਤਿਗੁਰੂ ਦੇ ਘਰ ਵਿੱਚ ਉਮਰ ਨਹੀਂ ਵੇਖੀ ਜਾਂਦੀ, ਬਲਕਿ ਸਿਆਣਪ ਵੇਖੀ ਜਾਂਦੀ ਹੈ। ਪਿਆਰਿਓ, ਸਤਿਕਾਰਯੋਗ ਬਾਬਾ ਬੂੜਾ ਜੀ ਨੂੰ ਸਤਿਗੁਰੂ ਜੀ ਨੇ ਬਖਸ਼ਿਸ਼ਾਂ ਕੀਤੀਆਂ। ਪਹਿਲੀ ਬਖਸ਼ਿਸ਼ ਹੋਈ ਨਾਮ ਦੀ। ਤੇ ਸਤਿਗੁਰੂ ਜੀ ਕਹਿਣ ਲੱਗੇ, ਸਾਡੀ ਨਜ਼ਰ ਵਿੱਚ ਤੇ ਬੁੱਢਾ ਹੈ। ਜਿਸ ਦਿਨ ਤੋਂ ਬਾਬਾ ਬੁੱਢਾ ਜੀ ਕਰਕੇ ਜਾਣੇ ਗਏ, ਮੈਂ ਇੱਕ ਰੁਕ ਕੇ ਬੇਨਤੀ ਕਰਾਂ, ਗੁਰੂ ਕੇ ਸਿੱਖੋ, ਅਸੀਂ ਗੁਰੂ ਕਾ ਅੰਮ੍ਰਿਤ ਵੀ ਛਕਿਆ ਹੈ, ਅਸੀਂ ਸਤਿਗੁਰੂ ਦੀ ਬਾਣੀ ਵੀ ਪੜ੍ਹਦੇ ਹਾਂ, ਪਰ ਇੱਕ ਬੜਾ ਵੱਡਾ ਦੁਖਾਂਤ ਹੈ। ਜਦੋਂ ਸਾਡੇ ਘਰ ਦੇ ਵਿੱਚ ਬੱਚੇ ਦਾ ਜਨਮ ਹੁੰਦਾ ਹੈ, ਬੱਚੀ ਦਾ ਜਨਮ ਹੁੰਦਾ ਹੈ, ਤੇ ਅਸੀਂ ਉਦੋਂ ਪੰਡਤ ਤੋਂ ਜਾ ਕੇ ਕਹਿੰਦੇ ਆ ਕਿ ਬੱਚੇ ਦਾ ਨਾਮ ਕੀ ਰੱਖੀਏ। ਪਰ ਸਤਿਗੁਰੂ ਦੀ ਬਾਣੀ ਦੇ ਮੁਤਾਬਕ, ਗੁਰੂ ਦੇ ਸਿਧਾਂਤ ਦੇ ਮੁਤਾਬਕ, ਗੁਰੂ ਕੇ ਸਿੱਖ ਨੇ ਗੁਰੂ ਅੱਗੇ ਅਰਦਾਸ ਕਰਕੇ, ਕੜਾਹ ਪ੍ਰਸ਼ਾਦ ਦੀ ਦੇਗ ਕਰਕੇ, ਅਰਦਾਸ ਕਰਕੇ, ਪਿਆਰਿਓ, ਇਹ ਅਰਦਾਸ ਕਰਨੀ ਦਾਤਾ ਆਪ ਜੀ ਦੀ ਬਖਸ਼ਿਸ਼ ਹੋਈ। ਭਾਵੇਂ ਬੇਟੀ ਹੈ, ਭਾਵੇਂ ਬੇਟਾ, ਤੇ ਮੈਂ ਮੇਰੇ ਘਰ ਦੇ ਵਿੱਚ ਬੱਚੇ ਦੀ ਦਾਤ ਆਈ ਹੈ, ਆਪ ਜੀ ਦੀ ਬਖਸ਼ਿਸ਼ ਹੋਈ ਹੈ। ਤੇ ਤੁਸੀਂ ਕਿਰਪਾ ਕਰਕੇ ਹੁਕਮਨਾਮਾ ਬਖਸ਼ਿਸ਼ ਕਰਕੇ ਦੱਸੋ ਕਿ ਮੈਂ ਬੱਚੇ ਦਾ ਨਾਮ ਕੀ ਰੱਖਾਂ। ਇਹ ਗੁਰੂ ਕੇ ਸਿੱਖਾਂ ਦੀ ਚਾਲੀ ਹੈ, ਗੁਰੂ ਕੇ ਸਿੱਖਾਂ ਦੀ ਰੀਤ ਹੈ। ਬਾਬਾ ਬੁੱਢਾ ਜੀ ਦਾ ਨਾਮ ਬਾਬਾ ਬੂੜੇ ਤੋਂ ਬਾਬਾ ਬੁੱਢਾ ਜੀ ਰੱਖੇ ਗਏ। ਮੈਂ ਕੁਝ ਛੋਟੀਆਂ ਉਹਨਾਂ ਦੇ ਜੀਵਨ ਦੀਆਂ ਘਟਨਾਵਾਂ। ਦੂਸਰੀ ਘਟਨਾ ਵਾਪਰਦੀ ਹੈ। ਪਿਆਰਿਓ, ਜਿਸ ਸਮੇਂ ਸਤਿਗੁਰੂ ਨਾਨਕ ਦੇ ਪਾਤਸ਼ਾਹ ਜੀ ਸਰੀਰ ਕਰਕੇ ਬਜ਼ੁਰਗ ਹੋਏ ਤੇ ਜੋਤੀ ਜੋਤ ਸਮਾਉਣ ਦਾ ਸਮਾਂ ਨੇੜੇ ਆਇਆ, ਸ਼੍ਰੀ ਚੰਦ ਤੇ ਲక్ష్ਮੀ ਦਾਸ ਨੇ ਰੌਲਾ ਪਾ ਲਿਆ ਕਿ ਗੁਰਗੱਦੀ ਦੇ ਵਾਰਸ ਅਸੀਂ ਹਾਂ। ਤੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਫੈਸਲਾ ਕਰਵਾਉਣ ਵਾਸਤੇ ਸਤਿਕਾਰਯੋਗ ਬਾਬਾ ਬੁੱਢਾ ਜੀ ਨੂੰ ਕੋਲ ਬੁਲਾਇਆ। ਬਾਬਾ ਬੁੱਢਾ ਜੀ ਨੂੰ ਕਹਿਣ ਲੱਗੇ, ਬਾਬਾ ਬੁੱਢਾ ਜੀ, ਤੁਸੀਂ ਫੈਸਲਾ ਕਰੋ ਕਿ ਅੱਗੇ ਗੁਰਿਆਈ ਕਿਸ ਨੂੰ ਦਿੱਤੀ ਜਾਵੇ, ਗੁਰੂ ਨਾਨਕ ਦੀ ਗੱਦੀ ਦਾ ਵਾਰਸ ਕੌਣ ਹੈ। ਤੇ ਪਿਆਰਿਓ, ਬਾਬਾ ਬੁੱਢਾ ਜੀ ਨੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਦੀ ਤਲੀ ਤੇ ਇੱਕ ਟਕਾ ਰੱਖ ਕੇ ਸ਼੍ਰੀ ਚੰਦ ਨੂੰ ਪੁੱਛਿਆ, ਸ਼੍ਰੀ ਚੰਦ ਜੀ, ਸਤਿਗੁਰੂ ਨਾਨਕ ਦੇ ਪਾਤਸ਼ਾਹ ਦੀ ਤਲੀ ਤੇ ਕੀ ਹੈ। ਤੇ ਪਿਆਰਿਓ, ਸ਼੍ਰੀ ਚੰਦ ਕਹਿਣ ਲੱਗਾ, ਸਤਿਗੁਰੂ ਨਾਨਕ ਦੀ ਤਲੀ ਤੇ ਇੱਕ ਟਕਾ ਹੈ। ਫਿਰ ਲక్ష్ਮੀ ਦਾਸ ਨੂੰ ਪੁੱਛਿਆ ਗਿਆ, ਸ਼੍ਰੀ ਚੰਦ ਜੀ, ਸਤਿਗੁਰੂ ਦੇ ਹੱਥ ਤੇ ਕੀ ਹੈ। ਕਹਿਣ ਲੱਗਾ, ਟਕਾ। ਤੇ ਲక్ష్ਮੀ ਦਾਸ ਨੂੰ ਪੁੱਛਿਆ ਗਿਆ, ਸਤਿਗੁਰੂ ਦੀ ਤਲੀ ਤੇ ਕੀ ਹੈ। ਤੇ ਲక్ష్ਮੀ ਦਾਸ ਕਹਿਣ ਲੱਗਾ, ਸਤਿਗੁਰੂ ਦੀ ਤਲੀ ਤੇ ਇੱਕ ਟਕਾ ਹੈ। ਤੇ ਪਿਆਰਿਓ, ਕੋਲ ਪਾਈ ਲਹਿਣਾ ਖਲੋਤਾ, ਜਿਹੜੇ ਸੱਚੜੇ ਨਾਲ ਪਿਆਰ ਪਾਇਆ, ਜਿਨ੍ਹਾਂ ਨੇ ਪ੍ਰੀਤਾਂ ਗੂੜੀਆਂ ਪਾਈਆਂ, ਜਿਨ੍ਹਾਂ ਨੇ ਦਿਲ ਤੋਂ ਮੁਹੱਬਤ ਕੀਤੀ ਹੈ, ਜਿਨ੍ਹਾਂ ਨੇ ਪਿਆਰ ਕੀਤਾ ਹੈ। ਤੇ ਭਾਈ ਲਹਿਣਾ ਜੀ ਨੂੰ ਪੁੱਛਿਆ ਗਿਆ
ਕਹਿਣ ਲੱਗੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਦੀ ਤਲੀ ਤੇ ਕੀ ਹੈ? ਭਾਈ ਲਹਿਣਾ ਹੱਥ ਜੋੜ ਕੇ ਕਹਿਣ ਲੱਗਾ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਦੀ ਤਲੀ ਤੇ ਦੁਨੀਆ ਦੇ ਸੁੱਖ ਨੇ। ਸਤਿਗੁਰੂ ਨਾਨਕ ਦੇ ਪਾਤਸ਼ਾਹ ਦੀ ਤਲੀ ਤੇ ਸਾਰੇ ਦੁਨੀਆ ਦੇ ਖਜ਼ਾਨੇ ਨੇ। ਤੇ ਪਿਆਰਿਓ, ਇਹ ਫੈਸਲਾ ਕਰਨ ਵਾਲਾ ਵੀ ਧੰਨ ਧੰਨ ਬਾਬਾ ਬੁੱਢਾ ਜੀ ਸਨ। ਦੂਸਰੀ ਘਟਨਾ ਤੇ ਤੀਸਰੀ ਮੈਂ ਬੇਨਤੀ ਕਰਾਂ। ਗੁਰੂ ਨਾਨਕ ਦੇ ਪਾਤਸ਼ਾਹ ਨੇ ਪ੍ਰੀਖਿਆ ਸ਼ੁਰੂ ਕਰ ਦਿੱਤੀ। ਸਤਿਗੁਰੂ ਜੀ ਤੁਰ ਪਏ ਨੇ ਹੱਥ ਦੇ ਵਿੱਚ ਡੰਡਾ ਪਕੜ ਕੇ। ਪਿੱਛੇ ਸਿੱਖ ਸੰਗਤਾਂ ਤੁਰੀਆਂ ਜਾਂਦੀਆਂ ਨੇ। ਸਤਿਗੁਰੂ ਜੀ ਨੇ ਪਿਆਰਿਓ ਕੌਤਕ ਵਰਤਾ ਦਿੱਤਾ। ਕਹਿੰਦੇ ਟਕੇ ਛੱਟਣੇ ਸ਼ੁਰੂ ਕਰ ਦਿੱਤੇ ਤੇ ਜਿਹੜੇ ਸਾਡੇ ਵਰਗੇ ਗੁਰੂ ਨਾਨਕ ਦੇ ਘਰ ਵਿੱਚ ਟਕਿਆਂ ਦੇ ਲਈ ਆਏ ਸੀ, ਉਹਨਾਂ ਨੇ ਟਕੇ ਚੁੱਕੇ ਤੇ ਘਰ ਨੂੰ ਮੁੜ ਗਏ। ਸਤਿਗੁਰੂ ਦੇ ਦਰ ਤੇ ਟਕੇ ਲੈਣ ਆਉਣ ਵਾਲੇ ਤੇ ਘਰਾਂ ਨੂੰ ਮੁੜੇ ਚਲੇ ਗਏ। ਸਤਿਗੁਰੂ ਜੀ ਨੇ ਸੋਨਾ ਖਿਲਾਰ ਦਿੱਤਾ ਤੇ ਕਈ ਸੋਨੇ ਲਈ ਆਏ ਸੀ, ਉਹ ਸੋਨਾ ਚੁੱਕ ਕੇ ਚਲੇ ਗਏ। ਚਾਂਦੀ ਲੈਣ ਆਉਣ ਵਾਲੇ ਚਾਂਦੀਆਂ ਲੈ ਕੇ ਚੁੱਕ ਕੇ ਚਲੇ ਗਏ। ਪਰ ਪਿਆਰਿਓ, ਵਾਕੀ ਬਚੇ ਨੇ ਬਾਬਾ ਬੁੱਢਾ ਤੇ ਭਾਈ ਲਹਿਣਾ ਜੀ। ਸਤਿਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਜੀ ਦੇ ਸ਼ਮਕਾਂ ਮਾਰੀਆਂ ਤੇ ਸਤਿਗੁਰੂ ਜੀ ਕਹਿਣ ਲੱਗੇ ਬੁੱਢਿਆ ਤੂੰ ਚਲਾ ਜਾ। ਤੇ ਬਾਬਾ ਬੁੱਢਾ ਜੀ ਹੱਥ ਜੋੜ ਕੇ ਕਹਿਣ ਲੱਗੇ ਸਤਿਗੁਰੂ ਜੀ ਮੈਂ ਕਿੱਥੇ ਜਾਵਾਂ? ਕਿਸੇ ਦਾ ਘਰ ਹੈ, ਕਿਸੇ ਦੇ ਦਰ ਦੇ ਕਿਸੇ ਦੇ ਕੋਲ ਦਰ ਹੈ, ਕਿਸੇ ਦੇ ਕੋਲ ਘਰ ਹੈ। ਮੇਰਾ ਦਰ ਵੀ ਤੂੰ ਹੀ ਤੇ ਮੇਰਾ ਘਰ ਵੀ ਤੂੰ ਹੀ, ਮੈਂ ਜਾਵਾਂ ਕਿੱਥੇ? ਸਤਿਗੁਰੂ ਜੀ ਨੇ ਘੁੱਟ ਕੇ ਛਾਤੀ ਨਾਲ ਲਾ ਕੇ ਕਿਹਾ ਕਿ ਬੁੱਢਿਆ ਮੈਂ ਕਦੇ ਵੀ ਤੈਥੋਂ ਓਲੇ ਨਹੀਂ ਹੋਵਾਂਗਾ। ਬੁੱਢਿਆ ਤੈਥੋਂ ਕਦੇ ਓਲੇ ਨਾ ਹੋਸਾਂ। ਤੇ ਪਿਆਰਿਓ, ਫਿਰ ਮੈਂ ਪੰਜਵੀਂ ਚੌਥੀ ਘਟਨਾ ਕਵਾਂ। ਸਤਿਗੁਰੂ ਜੋਤੀ ਜੋਤ ਸਮਾ ਜਾਂਦੇ ਹੈ ਤੇ ਇਧਰ ਗੁਰੂ ਅੰਗਦ ਦੇ ਪਾਤਸ਼ਾਹ ਜੀ ਗੁਰਿਆਈ ਬਖਸ਼ਿਸ਼ ਹੁੰਦੀ ਹੈ, ਗੁਰਗੱਦੀ ਤੇ ਬਿਰਾਜਮਾਨ ਹੁੰਦੇ ਨੇ। ਤੇ ਸਤਿਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਜਦੋਂ ਵੇਖਿਆ ਕਿ ਕਰਤਾਰਪੁਰ ਦੇ ਅੰਦਰ ਪੁੱਤਰਾਂ ਨੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਸਤਿਕਾਰਯੋਗ ਪੁੱਤਰ, ਉਹਨਾਂ ਨੇ ਵਿਰੋਧ ਸ਼ੁਰੂ ਕਰ ਦਿੱਤਾ ਤੇ ਸਤਿਗੁਰੂ ਕਰਤਾਰਪੁਰ ਨੂੰ ਛੱਡ ਕੇ ਖਡੂਰ ਸਾਹਿਬ ਆ ਜਾਂਦੇ ਆ, ਜੋ ਕਿ ਰਿਸ਼ਤੇਦਾਰੀ ਦੇ ਵਿੱਚੋਂ ਭੂਆ ਜੀ ਲੱਗਦੇ ਨੇ। ਸਤਿਗੁਰੂ ਇਹਨਾਂ ਦੇ ਘਰ ਮਾਤਾ ਵਿਰਾਈ ਦੇ ਘਰ ਦੇ ਵਿੱਚ ਬੰਦ ਹੋ ਜਾਂਦੇ ਆ, ਦਰਵਾਜ਼ਾ ਬੰਦ ਕਰ ਦਿੱਤਾ ਤੇ ਦਰਵਾਜ਼ੇ ਤੇ ਲਿਖ ਕੇ ਲਾ ਦਿੱਤਾ ਵੀ ਕੋਈ ਵੀ ਅੰਦਰ ਨਾ ਆਵੇ। ਛੁਪ ਜਾਂਦੇ ਆ ਸਤਿਗੁਰੂ ਜੀ। ਤੇ ਪਿਆਰਿਓ, ਬਾਬਾ ਬੁੱਢਾ ਜੀ ਭਾਲਦੇ ਮਾਤਾ ਵਿਰਾਈ ਦੇ ਦਰਵਾਜ਼ੇ ਤੇ ਬੈਠ ਕੇ ਸਤਿਗੁਰੂ ਦੇ ਪਿਆਰੇ ਜੇ ਗੀਤ ਗਾਏ, ਸਤਿਗੁਰੂ ਦੀ ਬਾਣੀ ਗਾਈ। ਤੇ ਪਿਆਰਿਓ, ਸਤਿਗੁਰੂ ਜੀ ਨੇ ਬਾਬਾ ਬੁੱਢਾ ਦੇ ਬੋਲ ਤੇ ਸਲਾਹੀ ਬਾਣੀ ਨੂੰ ਸੁਣ ਕੇ ਦਰਵਾਜ਼ਾ ਖੋਲ੍ਹਿਆ ਤੇ ਸਤਿਗੁਰੂ ਜੀ ਨੂੰ ਹੱਥ ਜੋੜ ਕੇ ਬਾਬਾ ਬੁੱਢਾ ਜੀ ਕਹਿਣ ਲੱਗੇ ਸਤਿਗੁਰੂ ਜੀ ਸਾਨੂੰ ਕੋਈ ਉਪਦੇਸ਼ ਬਖਸ਼ਿਸ਼ ਕਰੋ। ਤੇ ਪਿਆਰਿਓ, ਸਤਿਗੁਰੂ ਅੰਗਦ ਦੇ ਪਾਤਸ਼ਾਹ ਨੇ ਬਚਨ ਕੀਤੇ, ਕਹਿੰਦੇ ਤਿੰਨ ਕੋ ਕਿਆ ਉਪਦੇਸੀਐ ਜਿਨ ਗੁਰੂ ਨਾਨਕ ਦਿਓ। ਸਤਿਗੁਰੂ ਜੀ ਕਹਿਣ ਲੱਗੇ ਤੁਹਾਨੂੰ ਕੀ ਉਪਦੇਸ਼ ਦਈਏ? ਤੁਸੀਂ ਤੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਦੇ ਦਰ ਤੇ ਲੰਮਾ ਸਮਾਂ ਸੇਵਾ ਕੀਤੀ। ਪਿਆਰਿਓ, ਫਿਰ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਨੰਦ ਸੇਵਕ ਕਹਿ ਕੇ ਸਤਿਗੁਰੂ ਜੀ ਨੇ ਵਡਿਆਈ ਬਖਸ਼ਿਸ਼ ਕੀਤੀ। ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸਿੱਖੀ ਦੇ ਥੰਮ ਕਿਹਾ ਤੇ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਹੋਈ ਤੇ ਸਤਿਗੁਰੂ ਜੀ ਚੋਣ ਕਰਨ ਲੱਗੇ ਹੈ, ਕਹਿਣ ਲੱਗੇ ਗ੍ਰੰਥੀ ਸਿੰਘ ਦੀ ਚੋਣ ਕਰਨੀ ਹੈ, ਹੈੱਡ ਗ੍ਰੰਥੀ ਦੀ। ਪਿਆਰਿਓ, ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਬਹੁਤ ਸਤਿਕਾਰਯੋਗ। ਤੇ ਪਿਆਰਿਓ, ਜਦੋਂ ਸਮਾਂ ਆਇਆ ਗ੍ਰੰਥੀ ਦੀ ਚੋਣ ਦਾ ਤੇ ਬਾਬਾ ਬੁੱਢਾ ਜੀ ਨੂੰ ਕਹਿ ਦਿੱਤਾ, ਬਾਬਾ ਬੁੱਢਾ ਜੀ ਹਰਮੰਦਰ ਸਾਹਿਬ ਦੇ ਵਿੱਚ ਜਿਹੜਾ ਪ੍ਰਕਾਸ਼ ਕਰਨਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਉਹ ਤੁਸੀਂ ਕਰੋਗੇ। ਤੇ ਪਿਆਰਿਓ, ਪਹਿਲਾ ਮਾਨ ਸਤਿਗੁਰੂ ਦੇ ਦਰ ਤੇ ਪ੍ਰਾਪਤ ਹੋਇਆ। ਫਿਰ ਜਦੋਂ ਆਪਾਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਗੱਲ ਕਰਦੇ ਹਾਂ ਤੇ ਬਾਬਾ ਬੁੱਢਾ ਜੀ ਔਰ ਭਾਈ ਗੁਰਦਾਸ ਜੀ ਨੇ ਆਪ ਸਿਰ ਤੇ ਟੋਕਰਾ ਚੁੱਕ ਕੇ ਅਕਾਲ ਤਖਤ ਸਾਹਿਬ ਦੀ ਉਸਾਰੀ ਦੇ ਵਿੱਚ ਸੇਵਾ ਕੀਤੀ। ਮੈਂ ਬੇਨਤੀ ਕਰਦਾ, ਸਤਿਗੁਰੂ ਦੇ ਘਰ ਦੇ ਵਿੱਚ ਪਿਆਰਿਓ ਕੋਈ ਬਾਹਰੋਂ ਮਿਸਤਰੀ ਨਹੀਂ ਸੀ ਬੁਲਾਇਆ ਗਿਆ, ਬਲਕਿ ਬਾਬਾ ਬੁੱਢਾ ਜੀ ਔਰ ਭਾਈ ਗੁਰਦਾਸ ਜੀ ਨੇ ਅਕਾਲ ਤਖਤ ਸਾਹਿਬ ਦੀ ਉਸਾਰੀ ਕੀਤੀ। ਇਹ ਬਾਬਾ ਬੁੱਢਾ ਜੀ ਨੂੰ ਬੜੀਆਂ ਬਖਸ਼ਿਸ਼ਾਂ ਮਿਲੀਆਂ। ਇੱਕ ਮੈਂ ਬੇਨਤੀ ਹੋਰ ਕਰ ਦੇਵਾਂ,
ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਘਰ ਵਿਖੇ ਤਕਰੀਬਨ 15 ਕੁ ਸਾਲ ਦਾ ਸਮਾਂ ਗੁਜ਼ਰਿਆ। ਘਰ ਦੇ ਵਿੱਚ ਔਲਾਦ ਨਹੀਂ। ਵਿਰੋਧੀਆਂ ਨੇ ਗੱਲਾਂ ਵੀ ਕਰਨੀਆਂ ਸ਼ੁਰੂ ਕਰ ਦਿੱਤੀਆਂ ਪ੍ਰਿਥੀ ਚੰਦ ਵਰਗਿਆਂ ਨੇ ਕਿ ਗੁਰੂ ਨਾਨਕ ਦੇ ਘਰ ਔਲਾਦ ਨਹੀਂ, ਗੁਰੂ ਅਰਜਨ ਮਾਫ ਕਰਨਾ, ਗੁਰੂ ਅਰਜਨ ਦੇਵ ਪਾਤਸ਼ਾਹ ਦੇ ਘਰ ਔਲਾਦ ਨਹੀਂ, ਸਾਡਾ ਪੁੱਤਰ ਗੁਰੂ ਬਣੇਗਾ। ਅਕਾਲ ਪੁਰਖ ਵਾਹਿਗੁਰੂ ਨੇ ਬਖਸ਼ਿਸ਼ ਕੀਤੀ। ਮੈਂ ਬੇਨਤੀ ਕਰਦਾ, ਸਤਿਗੁਰੂ ਜੀ ਆਪਣੇ ਸਿੱਖਾਂ ਨੂੰ ਕਿੰਨਾ ਮਾਣ ਬਖਸ਼ਿਸ਼ ਕਰਦੇ ਹੈ, ਕਿੰਨਾ ਸਤਿਕਾਰ ਬਖਸ਼ਿਸ਼ ਕਰਦੇ ਹੈ। ਪਰ ਬੇਨਤੀ ਹੈ ਪਿਆਰਿਓ, ਗੁਰੂ ਨੇ ਤੇ ਗ੍ਰੰਥੀਆਂ ਨੂੰ ਸਤਿਕਾਰ ਦਿੱਤਾ, ਗੁਰੂ ਨੇ ਤੇ ਗ੍ਰੰਥੀ ਸਿੰਘਾਂ ਨੂੰ ਪਿਆਰ ਦਿੱਤਾ। ਪਰ ਤੁਸੀਂ ਕਈ ਥਾਵਾਂ ਦੇ ਉੱਤੇ ਜਾ ਕੇ ਵੇਖੋ, ਪ੍ਰਬੰਧਕ ਹੈ ਜਿਹੜੇ ਉਹ ਬੜੇ ਹੰਕਾਰ ਭਰੇ ਬੋਲ ਬੋਲਦੇ ਹੈ। ਗ੍ਰੰਥੀ ਸਿੰਘਾਂ ਨੂੰ ਜਲੀਲ ਕੀਤਾ ਜਾਂਦਾ ਹੈ ਕਈ ਥਾਵਾਂ ਦੇ ਉੱਤੇ। ਅੱਜ ਤੇ ਆਪਾਂ ਉਹਨਾਂ ਦੀ ਭਾਸ਼ਾ ਦੇ ਵਿੱਚੋਂ, ਬੋਲਾਂ ਦੇ ਵਿੱਚੋਂ ਸੁਣ ਰਹੇ ਹਾਂ ਕਿ ਗ੍ਰੰਥੀ ਸਿੰਘ ਕਹਿੰਦਾ ਮੈਂ ਆਪਣੇ ਬੱਚੇ ਨੂੰ ਗ੍ਰੰਥੀ ਨਹੀਂ ਬਣਾਉਣਾ। ਕਿਉਂ ਨਹੀਂ ਬਣਾਉਣਾ? ਕਿਉਂਕਿ ਇਹਨਾਂ ਜਲੀਲ ਕੀਤਾ ਗਿਆ। ਸੋ ਸਤਿਕਾਰ ਕਰਨਾ ਗ੍ਰੰਥੀ ਸਿੰਘਾਂ ਦਾ, ਪਿਆਰ ਕਰਨਾ ਗ੍ਰੰਥੀ ਸਿੰਘਾਂ ਦਾ। ਮੈਂ ਬੇਨਤੀ ਕਰਦਾ ਸੀ ਬਾਬਾ ਬੁੱਢਾ ਜੀ ਨੂੰ ਸਤਿਕਾਰ ਦੇਣ ਵਾਸਤੇ ਮਾਤਾ ਗੰਗਾ ਜੀ ਨੂੰ ਕਹਿ ਦਿੱਤਾ ਕਿ ਜਾਓ ਬਾਬਾ ਬੁੱਢਾ ਜੀ ਦੇ ਕੋਲ ਪਿਆਰ ਦੇ ਨਾਲ ਪ੍ਰਸ਼ਾਦਾ ਲੈ ਕੇ ਜਾਣਾ ਹੈ, ਸਾਦਗੀ ਜੀਵਨ ਲੈ ਕੇ ਜਾਣਾ ਹੈ। ਇੱਥੇ ਮੈਂ ਵੀ ਬੇਨਤੀ ਕਰਦੀ ਮਾਂ ਕਿ ਕਈ ਕਿਤਾਬਾਂ ਦੇ ਵਿੱਚ ਲਿਖਿਆ ਮਿਲਦਾ ਕਿ ਮਾਤਾ ਗੰਗਾ ਜੀ ਰੱਥ ਤੇ ਚੜ੍ਹ ਕੇ ਗਏ ਨੇ, ਉਹਨਾਂ ਨੇ ਬੜੀ ਚੜ੍ਹਾਈ ਕੀਤੀ ਹੈ ਤੇ ਬਾਬਾ ਬੁੱਢਾ ਜੀ ਨੇ ਵੇਖ ਕੇ ਕਹਿ ਦਿੱਤਾ ਕਿ ਗੁਰੂ ਕੇ ਮਹਿਲਾਂ ਨੂੰ ਭਾਜੜਾਂ ਕਿਵੇਂ ਪੈ ਗਈਆਂ। ਮੈਂ ਬੇਨਤੀ ਕਰਦਾ, ਗੁਰੂ ਅਰਜਨ ਦੇਵ ਪਾਤਸ਼ਾਹ ਦੇ ਮਹਿਲ ਹੋਣ ਤੇ ਉਹਨਾਂ ਨੂੰ ਮਰਜ਼ਾਦਾ ਨਾ ਪਤਾ ਹੋਵੇ, ਇਹ ਨਹੀਂ ਪਿਆਰਿਓ ਹੋ ਸਕਦਾ। ਸਤਿਗੁਰੂ ਜੀ ਨੇ ਇਹ ਸਤਿਕਾਰ ਦੇ ਵਾਸਤੇ ਬਾਬਾ ਬੁੱਢਾ ਜੀ ਨੂੰ ਸਤਿਕਾਰ ਦੇ ਵਾਸਤੇ, ਸਤਿਕਾਰ ਦੇਣ ਵਾਸਤੇ ਮਾਤਾ ਗੰਗਾ ਜੀ ਨੂੰ ਭੇਜਿਆ। ਤੇ ਮਾਤਾ ਗੰਗਾ ਜੀ ਨੂੰ ਇਸ ਗੱਲ ਦਾ ਬੋਧ ਹੈ, ਮਾਤਾ ਗੰਗਾ ਜੀ ਨੂੰ ਇਸ ਗੱਲ ਦਾ ਗਿਆਨ ਹੈ ਕਿ ਜਦੋਂ ਸਤਿਗੁਰੂ ਦੇ ਦਰ ਤੇ ਜਾਈਦਾ, ਗੁਰੂ ਨਾਨਕ ਦੇ ਘਰ ਤੇ ਜਾਈਦਾ, ਉਦੋਂ ਕਿਵੇਂ ਜਾਈਦਾ ਹੈ। ਪਿਆਰਿਓ, ਮਾਤਾ ਗੰਗਾ ਜੀ ਨੇ ਪ੍ਰਸ਼ਾਦਾ ਛਕਾਇਆ। ਪ੍ਰਸ਼ਾਦਾ ਛਕਾਉਣ ਤੋਂ ਬਾਅਦ ਕਿਹਾ ਕਿ ਤੁਸੀਂ ਅਰਦਾਸ ਕਰਿਓ, ਗੁਰੂ ਅਰਜਨ ਦੇਵ ਪਾਤਸ਼ਾਹ ਦਾ ਹੁਕਮ ਹੈ। ਬਾਬਾ ਬੁੱਢਾ ਜੀ ਨੇ ਅਰਦਾਸ ਕੀਤੀ ਤੇ ਪਿਆਰਿਓ ਸਤਿਗੁਰੂ ਦੀ ਬਖਸ਼ਿਸ਼ ਹੋਈ। ਅਕਾਲ ਪੁਰਖ ਵਾਹਿਗੁਰੂ ਨੇ ਬਖਸ਼ਿਸ਼ ਕੀਤੀ। ਮਾਤਾ ਗੰਗਾ ਜੀ ਦੀ ਕੁੱਖ ਤੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਗ੍ਰਹਿ ਵਿਖੇ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਪ੍ਰਕਾਸ਼ ਹੁੰਦਾ ਹੈ, ਜਿਨ੍ਹਾਂ ਨੂੰ ਸਤਿਕਾਰ ਦੇ ਨਾਲ ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬੋ ਪਰਉਪਕਾਰੀ ਕਹਿ ਕੇ ਸਤਿਕਾਰਿਆ ਜਾਂਦਾ ਹੈ। ਸਤਿਗੁਰੂ ਅਰਜਨ ਦੇਵ ਪਾਤਸ਼ਾਹ ਨੇ ਜ਼ਿਕਰ ਵੀ ਕੀਤਾ, ਕਹਿੰਦੇ ਗੁੱਜੀ ਛੰਨੀ ਨਾਹੀ ਬਾਤ, ਭਾਈ ਕੋਈ ਛੁਪਣ ਵਾਲੀ ਗੱਲ ਨਹੀਂ, ਨਾਨਕ ਤੁਠਾ ਕੀਨੀ ਦਾਤ। ਇਹ ਅਕਾਲ ਪੁਰਖ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਤੇ ਮੇਰੇ ਘਰ ਬੱਚੇ ਦੀ ਦਾਤ ਆਈ। ਆਓ ਮੈਂ ਬੇਨਤੀ ਕਰਿਆ ਸੀ, ਇਹ ਬਾਬਾ ਬੁੱਢਾ ਜੀ ਦੀ ਸੇਵਾ ਸਤਿਗੁਰੂ ਨਾਨਕ ਦੇ ਘਰ ਵਿੱਚ ਹੈ। ਪਿਆਰਿਓ, ਗੁਰੂ ਹਰਗੋਬਿੰਦ ਪਾਤਸ਼ਾਹ ਜੀ ਤੱਕ ਸਤਿਗੁਰੂ ਦੇ ਦਰ ਤੇ ਸੇਵਾ ਕਰਦੇ ਰਹੇ। ਤੇ ਮੈਂ ਜਦੋਂ ਬਾਬਾ ਬੁੱਢਾ ਜੀ ਦੇ ਜੀਵਨ ਤੇ ਪੜ੍ਹ ਰਿਹਾ ਸਾਂ ਤੇ ਪਿਆਰਿਓ ਇੱਕ ਬੜੀ ਪਿਆਰੀ ਜੀ ਘਟਨਾ ਆਈ। ਕਹਿੰਦੇ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੱਕ, ਭਾਵੇਂ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਤੱਤੀ ਤਵੀ ਤੇ ਬਹਾਇਆ ਗਿਆ, ਭਾਵੇਂ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ ਬੰਦ ਕੀਤਾ ਗਿਆ, ਭਾਵੇਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪੁੱਤਰਾਂ ਨੂੰ ਸ਼ਹੀਦ ਕੀਤਾ ਗਿਆ, ਸਤਿਗੁਰੂ ਦੇ ਪੂਰੇ ਪਰਿਵਾਰ ਨੂੰ ਸ਼ਹੀਦ ਕੀਤਾ ਗਿਆ, ਪਰ ਪਿਆਰਿਓ ਗੁਰੂ ਸਾਹਿਬਾਨਾਂ ਦੀ ਅੱਖਾਂ ਦੇ ਵਿੱਚ ਕਦੇ ਹੰਝੂ ਨਹੀਂ ਸੀ ਆਏ। ਤੇ ਜਦੋਂ ਬਾਬਾ ਬੁੱਢਾ ਜੀ ਨੂੰ ਪਿਆਰਿਓ ਆਖਰੀ ਸਮਾਂ ਆਇਆ, ਜੋ ਜਿਸ ਸਮੇਂ ਚੜ੍ਹਾਈ ਕਰਦੇ ਨੇ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਪਿਆਰਿਓ ਸ਼ਮਸ਼ਾਨ ਘਾਟ ਵਿੱਚ ਲੈ ਕੇ ਜਾਂਦੇ ਹੈ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਜੀ ਦੀ ਅਰਥੀ ਨੂੰ ਮੋਢਾ ਲਾਇਆ ਤੇ ਬਾਬਾ ਬੁੱਢਾ ਜੀ ਨੂੰ ਜਦੋਂ ਸੰਸਕਾਰ ਕਰਨ ਲੱਗੇ ਨਾ ਤੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਅੱਖਾਂ ਵਿੱਚੋਂ ਹੰਝੂ ਵਗ ਪਏ ਨੇ। ਕਹਿੰਦੇ ਧੰਨ ਹੈ ਬਾਬਾ ਬੁੱਢਾ ਜੀ, ਜਿਨ੍ਹਾਂ ਨੇ ਘੱਟੋ ਘੱਟ 8 ਗੁਰੂ ਸਾਹਿਬਾਨਾਂ ਦੇ ਪਿਆਰਿਓ ਦਰਸ਼ਨ ਕਰੇ ਨੇ, ਇਹ ਸੁਭਾਗ ਪ੍ਰਾਪਤ ਹੋਇਆ। ਸੋ ਜਿਹੜੇ ਸੱਚੜੇ ਨਾਲ ਜੁੜ ਜਾਂਦੇ ਹੈ ਉਹ ਵੀ ਸੱਚੇ ਬਣ ਜਾਂਦੇ ਹੈ, ਜਿਹੜੇ ਝੂਠਿਆਂ ਨਾਲ ਜੁੜ ਜਾਂਦੇ ਹੈ ਤੇ ਉਹ ਵੀ ਝੂਠੇ ਬਣ ਜਾਂਦੇ ਹੈ।
ਸਤਿਗੁਰੂ ਜੀ ਅੱਜ ਦੇ ਮੁਬਾਰਕ ਬਚਨ ਕਹਿੰਦੇ ਐ, ਕਰਦੇ ਐ, ਕਹਿਣ ਲੱਗੇ ਭਾਈ ਪ੍ਰਭ ਸੱਚੜਾ ਹਰਸ ਲਾਹੀਐ, ਉਸ ਨਿਰੰਕਾਰ ਨੂੰ ਸਲਾਹੁਣਾ ਕਰ, ਕਾਰਜ ਸਭ ਕਿਛ ਕਰਨਾ ਜੋਗ, ਜਿਹੜਾ ਸਾਰੀਆਂ ਦਾਤਾਂ ਦੇਣ ਵਾਲਾ ਹੈ, ਜਿਹੜਾ ਸਭ ਕੁਝ ਕਰਨ ਵਾਲਾ ਹੈ, ਉਸ ਸੱਚੜੇ ਦੇ ਨਾਲ ਜੁੜਨਾ ਕਰ। ਸਾ ਧਨ ਰੰਡ ਨਾ ਕਬਹੂ ਬੈਸਈ, ਨਾ ਕਦੇ ਹੋਵੈ ਸੋਗ। ਸਤਿਗੁਰੂ ਜੀ ਕਹਿਣ ਲੱਗੇ ਭਾਈ ਉਸ ਅਕਾਲ ਪੁਰਖ ਵਾਹਿਗੁਰੂ ਦੀ ਜਦੋਂ ਸੁਹਾਗਣ ਬਣ ਜਾਵਾਂਗੇ ਤੇ ਉਸ ਸਮੇਂ ਕਦੇ ਰੰਡ ਦਾ ਦਿਨ ਵੇਖਣਾ ਨਹੀਂ ਪੈਂਦਾ। ਜਿਵੇਂ ਕਿ ਇੱਕ ਬਹੁਤ ਹੀ ਪਿਆਰੇ ਵਿਦਵਾਨ ਨੇ ਪਿਆਰੀ ਇੱਕ ਘਟਨਾ ਬੜੀ ਪਿਆਰੀ ਲਿਖੀ ਹੈ। ਕਹਿੰਦੇ ਇੱਕ ਬਜ਼ੁਰਗ ਮਾਂ ਰੋਂਦੀ ਹੋਈ ਕਿਸੇ ਦੇਹਧਾਰੀ ਦੇ ਡੇਰੇ ਤੇ ਪਹੁੰਚ ਗਈ। ਉਸ ਦੇਹਧਾਰੀ ਜਿਹੜਾ ਡੇਰੇ ਦੇ ਵਿੱਚ ਬਾਬਾ ਬੈਠਾ ਹੈ, ਗੁਰੂ ਬਣ ਕੇ ਬੈਠਾ ਹੈ, ਉਸ ਨੂੰ ਜਾ ਕੇ ਕਹਿਣ ਲੱਗੀ ਜੀ ਤੁਸੀਂ ਕਿੰਨਾ ਕੁ ਸਮਾਂ ਮੇਰੇ ਨਾਲ ਰਿਸ਼ਤਾ ਨਿਭਾ ਸਕਦੇ ਹੋ? ਮੈਂ ਤੁਹਾਨੂੰ ਗੁਰੂ ਮੰਨਣ ਲੱਗੀ ਹਾਂ ਤੇ ਮੈਂ ਤੁਹਾਡੀ ਚੇਲੀ ਬਣਨ ਲੱਗੀ ਹਾਂ। ਕਹਿਣ ਲੱਗੀ ਮੇਰੇ ਨਾਲ ਵਾਅਦਾ ਕਰ ਕਿ ਮੇਰਾ ਸਦੀ ਵੀ ਗੁਰੂ ਬਣੇਗਾ। ਤੇ ਪਿਆਰਿਓ ਦੇ ਗੁਰੂ ਬਣਿਆ ਬੈਠਾ ਤੇ ਉਹ ਹੱਥ ਜੋੜ ਕੇ ਕਹਿਣ ਲੱਗਾ ਮੈਂ ਤੇਰੇ ਨਾਲ ਵਾਅਦਾ ਨਹੀਂ ਕਰ ਸਕਦਾ। ਹਾਂ, ਜਿੰਨਾ ਚਿਰ ਮੈਂ ਸਰੀਰ ਵਿੱਚ ਹੈ ਉਹਨਾਂ ਚਿਰ ਮੈਂ ਤੇਰਾ ਗੁਰੂ ਰਵਾਂਗਾ। ਜਿੱਦੇ ਮੈਂ ਸਰੀਰ ਚੋਂ ਉਡਾਰੀ ਮਾਰ ਗਿਆ ਉਹਦੇ ਦੂਜਾ ਧਾਰਨਾ ਕਰਨ ਪਵੇਗਾ। ਪਰ ਜਿਨ੍ਹਾਂ ਨੇ ਪਿਆਰਿਓ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਿਆ ਉਹਨਾਂ ਨੂੰ ਬਾਰ-ਬਾਰ ਗੁਰੂ ਮੰਨਣ ਦੀ ਲੋੜ ਨਹੀਂ। ਆਪਾਂ ਬੜੇ ਲੰਮੇ ਸਮੇਂ ਤੋਂ ਸ਼ਬਦ ਪੜ੍ਹਦੇ ਹਾਂ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸਤਿਗੁਰੂ ਜੀ ਕਹਿਣ ਲੱਗੇ ਕੰਧੇ ਵੀ ਰੰਡੇਪਾ ਨਹੀਂ ਵੇਖਣਾ ਪੈਂਦਾ। ਜਿਹੜੇ ਉਸ ਪਿਆਰੇ ਦੇ ਨਾਲ ਜੁੜ ਜਾਂਦੇ ਐ, ਸਾ ਤਨ ਰੰਡ ਨਾ ਕਾਬੂ ਵੈਸੇ ਹੀ, ਨਾ ਕਦੇ ਹੋਵੈ ਸੋਗ। ਸੋਗ ਤਾਂ ਹੀ ਹੋਵੇਗਾ ਜੇ ਪਤੀ ਦੁਨੀਆ ਤੋਂ ਜਾਵੇਗਾ। ਤੇ ਪਿਆਰਿਓ ਇਹ ਸਦੀ ਵੀ ਹੈ, ਇਹ ਕਦੇ ਜਾਣ ਵਾਲਾ ਨਹੀਂ ਹੈ। ਨਾ ਕਦੀ ਹੋਵੈ ਸੋਗ, ਅਨ ਦਿਨ ਰਸ ਭੋਗ, ਸਾ ਤਨ ਮਹਿਲ ਸਮਾਣੀ। ਕਹਿਣ ਲੱਗੇ ਸਤਿਗੁਰੂ ਜੀ ਕਹਿਣ ਲੱਗੇ ਭਾਈ ਨਾ ਕਦੇ ਹੋਵੈ ਸੋਗ, ਕਦੇ ਸੋਗ ਨਹੀਂ ਹੋਵੇਗਾ। ਅਨ ਦਿਨ ਰਸ ਭੋਗ, ਅਨ ਦਿਨ ਦਾ ਅਰਥ ਹੁੰਦਾ ਗਿਣਤੀਆਂ ਤੋਂ ਬਾਹਰ। ਆਪਾਂ ਜ਼ਿੰਦਗੀ ਵਿੱਚ ਵੇਖਦੇ ਹਾਂ ਬੱਚੇ ਦੇ ਬਚਪਨ ਦੇ ਵਿੱਚ ਆਨੰਦ ਹੋ ਸਕਦਾ ਹੈ, ਖੁਸ਼ੀ ਹੋ ਸਕਦੀ ਹੈ, ਜਵਾਨੀ ਤੱਕ ਬੁਢਾਪੇ ਦੇ ਵਿੱਚ ਰੋਗ ਲੱਗ ਜਾਣੇ ਹੈ। ਸਤਿਗੁਰੂ ਜੀ ਕਹਿਣ ਲੱਗੇ ਜਦੋਂ ਉਸ ਮਾਲਕ ਨਾਲ ਜੁੜ ਜਾਵੇਂਗਾ, ਉਸ ਨਿਰੰਕਾਰ ਨਾਲ ਜੁੜ ਜਾਵੇਂਗਾ, ਉਸ ਨਿਰੰਕਾਰ ਦੇ ਨਾਮ ਦੇ ਵਿੱਚੋਂ ਅਨ ਦਿਨ ਗਿਣਤੀ ਤੋਂ ਬਾਹਰ ਸਦੀ ਵੀ ਉਸ ਦੇ ਰੱਬ ਦੇ ਨਾਮ ਵਿੱਚੋਂ ਆਨੰਦ ਮਾਣੇਗਾ, ਉਸ ਮਾਲਕ ਦੇ ਨਾਮ ਵਿੱਚੋਂ ਆਨੰਦ ਮਾਣ ਲਵੇਂਗਾ। ਸਾ ਤਨ ਮਹਿਲ ਸਮਾਣੀ। ਸੋ ਇਸੇ ਕਰਕੇ ਉਸ ਮਾਲਕ ਨੂੰ ਆਪਣੇ ਹਿਰਦੇ ਦੇ ਵਿੱਚ ਸੰਭਾਲ ਕੇ ਰੱਖ, ਉਸ ਵਾਹਿਗੁਰੂ ਨੂੰ ਸੰਭਾਲ ਕੇ ਰੱਖ। ਜਿਨ ਪ੍ਰਿਯ ਜਾਤਾ ਕਰਮ ਵਿਦਾਤਾ, ਬੋਲੇ ਅੰਮ੍ਰਿਤ ਬਾਣੀ। ਜਿਨ੍ਹਾਂ ਨੇ ਉਸ ਮਾਲਕ ਨੂੰ ਧਿਆਉਣਾ ਕੀਤਾ, ਉਸ ਮਾਲਕ ਨੂੰ ਹਿਰਦੇ ਵਿੱਚ ਵਸਾਉਣਾ ਕੀਤਾ, ਤੇ ਜੋ ਮਾਲਕ ਕਰਮ ਵਿਧਾਤੇ ਦਾ ਅਰਥ ਹੁੰਦਾ ਹੈ, ਜੋ ਮਾਲਕ ਸਾਡੇ ਕਰਮਾਂ ਦੇ ਮੁਤਾਬਕ ਸਾਨੂੰ ਫਲ ਦਿੰਦਾ। ਜਿਵੇਂ ਕਿ ਆਪਾਂ ਸ਼ਬਦ ਪੜ੍ਹਦੇ ਹਾਂ, ਚੰਗਿਆਈਆਂ ਬੁਰਾਈਆਂ ਬਾਚੈ ਧਰਮ, ਹਦੂਰ ਕਰਮੀ ਆਪੋ ਆਪਣੀ ਕੇ ਨੇੜੈ, ਕਿ ਦੂਰ ਜਿਨੀ ਨਾਮ ਧਿਆਇਆ ਗਏ ਮੁਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਸਤਿਗੁਰੂ ਜੀ ਕਹਿੰਦੇ ਕਰਮਾਂ ਦਾ ਫਲ ਦੇਣ ਵਾਲਾ ਦਾਤਾ, ਕਰਮ ਵਿਧਾਤਾ ਜਿਹੜਾ ਉਸ ਮਾਲਕ ਨਾਲ ਜੁੜਦਾ ਹੈ, ਉਹਦੀ ਭਾਸ਼ਾ ਵੀ ਬਦਲ ਜਾਂਦੀ ਹੈ, ਉਹਦੇ ਬੋਲ ਵੀ ਬਦਲ ਜਾਂਦੇ ਹੈ। ਬੋਲੇ ਅੰਮ੍ਰਿਤ ਬਾਣੀ, ਕਹਿੰਦੇ ਉਹਨਾਂ ਦੀ ਜ਼ਬਾਨ ਵੀ ਰਸ ਭਿੰਨੀ ਹੋ ਜਾਂਦੀ ਹੈ, ਉਹਨਾਂ ਦੀ ਜ਼ਬਾਨ ਵਿੱਚੋਂ ਅੰਮ੍ਰਿਤ ਕਿਰਨ ਲੱਗ ਜਾਂਦਾ ਹੈ, ਉਹਨਾਂ ਦੀ ਜ਼ਬਾਨ ਵਿੱਚੋਂ ਮਿੱਠੜੇ ਬੋਲ ਨਿਕਲਦੇ ਹਨ। ਗੁਣਵੰਤੀਆ ਗੁਣ ਸਾਰੇ ਆਪਣੇ ਕੰਤ ਸੰਭਾਲੇ, ਨਾ ਕਦੇ ਲੱਗੈ ਵਿਜੁਗੋ। ਕੇ ਗੁਣਵੰਤੀਏ ਭੈਣੇ ਸੁਹਾਗਣੇ ਭੈਣੇ, ਇਹ ਜਿਹੜੇ ਗੁਣ ਸਤਿਗੁਰੂ ਜੀ ਦੱਸ ਰਹੇ ਹਨ, ਇਹਨਾਂ ਨੂੰ ਸੰਭਾਲਣਾ ਕਰ, ਆਪਣੇ ਹਿਰਦੇ ਵਿੱਚ ਵਸਾਉਣਾ ਕਰ।
ਤੇ ਜਦੋਂ ਉਸ ਮਾਲਕ ਦੇ ਗੁਣਾਂ ਨੂੰ ਹਿਰਦੇ ਵਿੱਚ ਵਸਾ ਲਵਾਂਗੇ ਫਿਰ ਕਦੇ ਵੀ ਦੁੱਖਾਂ ਭਰਿਆ ਦਿਨ ਵੇਖਣਾ ਨਹੀਂ ਪੈਂਦਾ। ਸਾਡੀ ਨਜ਼ਰ ਵਿੱਚ ਦੁੱਖ ਕੀ ਹੈ? ਸਾਡੀ ਨਜ਼ਰ ਵਿੱਚ ਦੁੱਖ ਹੈ ਜਦੋਂ ਕੋਈ ਕਾਰੋਬਾਰ ਦੇ ਵਿੱਚ ਘਾਟਾ ਪੈ ਜਾਵੇ, ਜਾਂ ਕੋਈ ਅਚਾਨਕ ਸਾਡੇ ਪਰਿਵਾਰ ਦਾ ਕੋਈ ਵੀਰ ਭੈਣ ਪੁੱਤ ਧੀ ਪਤੀ ਪਤਨੀ ਚਲਾ ਜਾਵੇ। ਪਰ ਪਿਆਰਿਓ, ਸਤਿਗੁਰੂ ਜੀ ਕਹਿੰਦੇ ਇਹ ਦੁੱਖ ਉਹਨਾਂ ਦੁੱਖ ਨਹੀਂ ਹੈ ਜਿੱਡਾ ਦੁੱਖ ਅਕਾਲ ਪੁਰਖ ਵਾਹਿਗੁਰੂ ਨੂੰ ਵਿਸਾਰਨ ਦਾ ਦੁੱਖ ਹੈ। ਸਤਿਗੁਰੂ ਜੀ ਕਹਿੰਦੇ ਦੁਨੀਆ ਦੇ ਦੁੱਖ ਵੀ ਆਉਣਗੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਕੇ, ਕੰਚਨ ਮਾਟੀ ਮਾਨੈ। ਸੋ ਰੱਬ ਦੇ ਪਿਆਰਿਆਂ ਦੀ ਅਵਸਥਾ ਬਣ ਜਾਂਦੀ ਹੈ ਕਿ ਉਹ ਕਦੇ ਵੀ ਦੁੱਖ ਨੂੰ ਦੁੱਖ ਨਹੀਂ ਸਮਝਦੇ। ਦੁੱਖ ਦੇ ਵਿੱਚ ਵੀ ਖੇੜੇ ਵਿੱਚ ਆ ਤੇ ਖੇੜੇ ਵਿੱਚ ਵੀ ਖੇੜੇ ਵਿੱਚ ਹਨ। ਸਚੜਾ ਪਿਰ ਸਾਲਾਹੀ ਹੈ, ਸਭ ਕਿਛ ਕਰਨਾ ਜੋਗੋ। ਸਤਿਗੁਰੂ ਜੀ ਕਹਿਣ ਲੱਗੇ, ਕਿਉਂ ਕਿਸੇ ਸਾਈਆਂ ਦੇ ਜਿਹੜੇ ਚਿਲਮਾ ਪੀਂਦੇ ਐ, ਸਿਗਰਟਾਂ ਪੀਂਦੇ ਐ, ਤੰਬਾਕੂ ਪੀਂਦੇ ਐ, ਨਸ਼ਿਆਂ ਦਾ ਸੇਵਨ ਕਰਦੇ ਐ, ਕਿਉਂ ਉਹਨਾਂ ਦੇ ਦਰਾਂ ਤੇ ਜਾ ਕੇ ਆਪਣੀ ਜਵਾਨੀ ਖਰਾਬ ਕਰ ਰਹੇ ਐ? ਹੁਣ ਜਿਹੋ ਜਿਹਾ ਬੰਦਾ ਕਰੇਗਾ ਉਹੀ ਜਿਹਾ ਸਿੱਖਿਆ ਦੇਵੇ। ਜਿਹੜਾ ਆਪ ਚਿਲਮਾ ਪੀਂਦਾ, ਜਿਹੜਾ ਆਪ ਤੰਬਾਕੂ ਦਾ ਸੇਵਨ ਕਰਦਾ, ਜਿਹੜਾ ਆਪ ਪਿਆਰਿਓ ਮਾੜੇ ਕਰਮ ਕਰਦਾ, ਉਹ ਤੁਹਾਨੂੰ ਚੰਗਾ ਕਿਵੇਂ ਬਣਾ ਦੇਵੇਗਾ? ਸਤਿਗੁਰੂ ਜੀ ਕਹਿਣ ਲੱਗੇ, ਤੂੰ ਕਰਤਾ ਸਚਿਆਰ ਮੈਡਾ, ਸਾਈਂ ਮੇਰਾ ਦਾਤਾ ਤੈ ਤੂੰ ਹੈ। हे ਅਕਾਲ ਪੁਰਖ ਵਾਹਿਗੁਰੂ, ਇੱਕ ਨਾਲ ਜੁੜਨਾ ਕਰੀਏ। ਸਤਿਗੁਰੂ ਦੇ ਦਰ ਤੇ ਜਿਹੜਾ ਕਰਨੇ ਯੋਗ ਹੈ, ਜਿਹੜਾ ਸਾਰੀਆਂ ਦਾਤਾਂ ਦੇਣ ਯੋਗ ਹੈ, ਛੱਡ ਦੇ ਖਹਿੜਾ ਸਾਈਆਂ ਦਾ, ਛੱਡ ਦੇ ਖਹਿੜਾ ਪੀਰਾਂ ਦਾ। ਸਤਿਗੁਰੂ ਜੀ ਵਚਨ ਕਰਦੇ ਹੈ, ਕਹਿੰਦੇ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੈ ਜਗ ਬਹੁਰਾਨੰ। ਸਤਿਗੁਰੂ ਜੀ ਕਹਿੰਦੇ ਪੀਰ ਨਾਲ ਜੁੜ, ਗੁਰੂ ਨਾਲ ਜੁੜ। ਸਾਈਂ ਸਾਡਾ ਸਤਿਗੁਰੂ ਹੈ, ਸੱਚੜੇ ਨਾਲ ਜੁੜਨਾ ਕਰ। ਸੱਚੜਾ ਸਾਹਿਬ ਸ਼ਬਦ ਪਛਾਣੀਐ, ਆਪੇ ਲਏ ਮਿਲਾਏ। ਹੁਣ ਇੱਕ ਸਵਾਲ ਇਹ ਖੜਾ ਹੋ ਗਿਆ ਕਿ ਉਹ ਸੱਚੜੇ ਨਾਲ ਜੁੜੀਏ ਕਿਵੇਂ? ਸਤਿਗੁਰੂ ਜੀ ਕਹਿਣ ਲੱਗੇ, ਤਰੀਕਾ ਮੈਂ ਦੱਸ ਦਿੰਦਾ ਹਾਂ। ਸੱਚੜੇ ਨਾਲ ਜੁੜਨ ਦਾ ਤਰੀਕਾ ਸ਼ਬਦ ਤੋਂ, ਸ਼ਬਦ ਨਾਲ ਜੁੜ ਤੇ ਸ਼ਬਦ ਨੇ ਤੈਨੂੰ ਸੱਚੜੇ ਨਾਲ ਕੀ ਜੋੜ ਦੇਣਾ। ਸਾ ਤਨ ਪ੍ਰਿਯ ਕੈ ਰੰਗ ਰਤੀ, ਵਿੱਚੋਂ ਆਪ ਗਵਾਏ। ਸਤਿਗੁਰੂ ਜੀ ਕਹਿਣ ਲੱਗੇ, ਜਦੋਂ ਸ਼ਬਦ ਦੇ ਨਾਲ ਜੁੜਨਾ ਹੈ ਤੇ ਸ਼ਬਦ ਨਾਲ ਜੁੜਨ ਤੋਂ ਪਹਿਲਾਂ ਆਪਣੇ ਆਪ ਨੂੰ ਗਵਾ, ਆਪਣੇ ਆਪ ਨੂੰ ਗਵਾ ਕੇ, ਜਿਵੇਂ ਕਿ ਪਿਆਰਿਓ ਅਸੀਂ ਕਈ ਵਾਰ ਆਪਣੀ ਜਾਤ ਦਾ ਮਾਣ, ਆਪਣੇ ਧਨ ਦਾ ਮਾਣ, ਆਪਣੇ ਮਹਿਲਾਂ ਦਾ ਮਾਣ, ਆਪਣੇ ਵਹੀਕਲਾਂ ਦਾ ਮਾਣ, ਆਪਣੀ ਪ੍ਰਾਪਰਟੀ ਦਾ ਮਾਣ, ਆਪਣੇ ਅਹੁਦੇ ਦਾ ਮਾਣ ਅਸੀਂ ਆਪਣੇ ਨਾਲ ਲੈ ਕੇ ਆਉਨੇ ਆ। ਸਤਿਗੁਰੂ ਜੀ ਕਹਿੰਦੇ ਸਭ ਕੁਝ ਗਵਾ ਕੇ ਆ, ਕਿਉਂਕਿ ਵਸਤੂ ਅੰਦਰ ਵਸਤ ਸਮਾਵੈ, ਜੇ ਦੂਜੀ ਹੋਵੇ ਪਾਸ। ਅੰਦਰੋਂ ਗਵਾ ਕੇ ਤੇ ਇੱਕੋ ਇੱਕ ਪਿਆਰੇ ਦੇ ਨਾਲ ਪ੍ਰੀਤ ਰੱਖ, ਆਪਣੇ ਪਿਆਰੇ ਦੇ ਨਾਲ ਪ੍ਰੀਤ ਬਣਾਉਣੀ ਕਰ। ਮੇਰੇ ਮਾਲਕ ਕਹਿੰਦੇ ਤੈਨੂੰ ਗੁਰੂ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲਾ ਦੇਵੇਗਾ। ਵਿੱਚੋਂ ਆਪ ਗਵਾਏ, ਫਿਰ ਕਾਲ ਨਾ ਖਾਏ, ਗੁਰਮੁਖ ਏਕੋ ਜਾਤਾ। ਜਦੋਂ ਵਿੱਚੋਂ ਆਪ ਗਵਾ ਦਿੰਦਾ ਹੈ ਆਪਣੀ ਹੰਗਤਾ ਨੂੰ, ਕਿਉਂਕਿ ਸਤਿਗੁਰੂ ਦੀ ਬਾਣੀ ਕਹਿੰਦੀ ਹੈ, ਕਹਿੰਦੇ ਤੁਸੀਂ ਭਾਵੇਂ ਗੁਰੂ ਦੇ ਸਨਮੁਖ ਬੈਠੇ ਹੋ, ਪਰ ਸਤਿਗੁਰੂ ਜੀ ਦੋ ਬੰਦਿਆਂ ਨੂੰ ਕਦੇ ਵੀ ਦਰਸ਼ਨ ਨਹੀਂ ਦਿੰਦੇ। ਕਿਹੜੇ ਬੰਦਿਆਂ ਨੂੰ? ਇੱਕ ਹੰਕਾਰੀ ਤੇ ਇੱਕ ਨਿੰਦਕ ਲੋਕਾਂ ਨੂੰ। ਆਪਾਂ ਰੋਜ਼ ਸ਼ਬਦ ਪੜ੍ਹਦੇ ਹਾਂ, ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ RAM ਰਾਜੇ, ਹਰ ਨਾਕਸ ਦੁਸ਼ਟ ਅਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇ ਮੁਖ ਲਾਇਆ। ਸਤਿਗੁਰੂ ਜੀ ਕਹਿੰਦੇ ਹੰਕਾਰੀ ਤੇ ਨਿੰਦਕਾਂ ਨੂੰ ਕਦੇ ਵੀ ਸਤਿਗੁਰੂ ਦਰਸ਼ਨ ਨਹੀਂ ਦਿੰਦੇ। ਇਸੇ ਲਈ ਆਪਣੇ ਆਪ ਨੂੰ ਗਵਾ ਕੇ ਗੁਰੂ ਦੇ ਦਰ ਤੇ ਆ, ਕਾਲ ਨਾ ਖਾਈ, ਫਿਰ ਤੈਨੂੰ ਮੌਤ ਦਾ ਡਰ ਨਹੀਂ ਰਵੇਗਾ। ਗੁਰਮੁਖ ਰੱਬ ਦਾ ਪਿਆਰਾ ਇੱਕੋ ਜਾਤਾ, ਇੱਕ ਨੂੰ ਹੀ ਜਾਣਦਾ ਹੈ। ਕਾਮਨ ਇਛ ਪੁੰਨੀ ਅੰਤਰ ਭਿੰਨੀ, ਮਿਲਿਆ ਜਗ ਜੀਵਨ ਦਾਤਾ। ਹੁਣ ਜਿਨ੍ਹਾਂ ਨੇ ਆਪਣੇ ਮਨ ਅੰਦਰ ਇਹ ਧਾਰਨ ਕਰ ਲਿਆ ਮੈਂ ਗੁਰੂ ਨੂੰ ਪ੍ਰਾਪਤ ਕਰਨਾ ਹੈ। ਕਾਮਣ ਦਾ ਅਰਥ ਹੁੰਦਾ ਭਾਵਨਾ ਰੱਖਣ ਵਾਲੀ ਇਸਤਰੀ।
ਇੱਛ ਪੁੰਨੀਏ ਭਾਵਨਾ ਪੂਰੀ ਹੋ ਗਈ। ਕਿਹੜੀ ਭਾਵਨਾ? ਕਿ ਮੈਨੂੰ ਗੁਰੂ ਮਿਲ ਜਾਵੇ, ਰੱਬ ਮਿਲ ਜਾਵੇ। ਫਿਰ ਜਦੋਂ ਰੱਬ ਮਿਲ ਗਿਆ, ਗੁਰੂ ਮਿਲ ਗਿਆ, ਅੰਤਰ ਰਸ ਭਿੰਨੀ, ਪਿਆਰਿਓ ਅੰਦਰ ਰਸ ਦੇ ਨਾਲ ਭਰ ਜਾਂਦੀ ਹੈ। ਮਿਲਿਆ ਜਗ ਜੀਵਨ ਦਾਤਾ, ਜੀਵਨ ਦੇਣ ਵਾਲਾ ਦਾਤਾ ਅਕਾਲ ਪੁਰਖ ਵਾਹਿਗੁਰੂ ਸਤਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ ਤੇ ਮਨ ਆਨੰਦ ਵਿੱਚ ਰਹਿੰਦਾ, ਖੇੜੇ ਵਿੱਚ ਰਹਿੰਦਾ ਹੈ। ਸ਼ਬਦ ਰੰਗ ਰਾਤੀ ਜੋਬਨ ਮਾਤੀ ਪਿਰ ਕੈ ਅੰਕ ਸਮਾਏ। ਜਦੋਂ ਸਤਿਗੁਰੂ ਜੀ ਦੇ ਨਾਲ ਸ਼ਬਦ ਦੇ ਰਾਹੀਂ ਪਿਆਰਿਓ ਮਿਲਾਪ ਹੋ ਜਾਂਦਾ ਹੈ, ਜਿਵੇਂ ਜਵਾਨੀ ਦਾ ਰਸ ਹੁੰਦਾ ਹੈ, ਸਤਿਗੁਰੂ ਜੀ ਕਹਿੰਦੇ ਐਵੇਂ ਰੱਬ ਦੇ ਪਿਆਰ ਵਿੱਚੋਂ ਰਸ ਪੈਦਾ ਹੁੰਦਾ ਹੈ। ਫਿਰ ਕੀ ਉਹਦੇ ਨਾਲ ਬਹੁਤਾ ਨੇੜਤਾ ਬਣ ਜਾਂਦੀ ਹੈ, ਬਹੁਤਾ ਗੂੜਾ ਰਿਸ਼ਤਾ ਬਣ ਜਾਂਦਾ ਹੈ। ਸੱਚੜਾ ਸਾਹਿਬ ਸ਼ਬਦ ਪਛਾਣੀਐ ਆਪੇ ਲਏ ਮਿਲਾਏ। ਸੋ ਇਸੇ ਕਰਕੇ ਸਤਿਗੁਰੂ ਦੇ ਸ਼ਬਦ ਦੇ ਰਾਹੀਂ ਜਦੋਂ ਉਸ ਦੀ ਪਛਾਣ ਹੋ ਜਾਂਦੀ ਹੈ, ਮਿਲਾਪ ਹੋ ਜਾਂਦਾ ਹੈ, ਤੇ ਅਕਾਲ ਪੁਰਖ ਵਾਹਿਗੁਰੂ ਆਪ ਵੀ ਬਖਸ਼ਿਸ਼ ਕਰਦੇ ਹੈ, ਆਪ ਵੀ ਮਿਹਰ ਕਰਦੇ ਹੈ। ਉਹ ਆਪਣੇ ਆਪ ਹੀ ਆਪਣੇ ਵਿੱਚ ਮਿਲਾ ਲੈਂਦੇ ਹਨ। ਜਿਨੀ ਆਪਣਾ ਕੰਤ ਪਛਾਣਿਆ ਹਉ ਤਿਨ ਪੁੱਛੋ ਸੰਤਾ ਜਾਏ। ਸੋ ਉਹਨਾਂ ਦੇ ਕੋਲ ਜਾ ਕੇ ਬੇਨਤੀ ਕਰ, ਜਿਨ੍ਹਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪਛਾਣਿਆ, ਆਪਣੇ ਪਤੀ ਪਰਮੇਸ਼ਰ ਨੂੰ ਪਛਾਣਿਆ, ਕਿ ਭਾਈ ਤੁਸੀਂ ਉਸ ਵਾਹਿਗੁਰੂ ਨੂੰ ਕਿਵੇਂ ਪ੍ਰਾਪਤ ਕੀਤਾ। ਜਿਨੀ ਆਪਣਾ ਕੰਤ ਪਛਾਣਿਆ ਹਉ ਤਿਨ ਪੁੱਛੋ ਸੰਤਾ ਜਾਏ। ਉਹਨਾਂ ਰੱਬ ਦੇ ਪਿਆਰਿਆਂ ਤੋਂ, ਰੂਹਾਂ ਤੋਂ ਪੁੱਛਣਾ ਕਰਕੇ ਤੁਸੀਂ ਮਾਲਕ ਨੂੰ ਕਿਵੇਂ ਮਿਲਾਇਆ ਹੈ, ਆਪਣੇ ਆਪ ਨੂੰ ਕਿਵੇਂ ਜੋੜਿਆ ਹੈ। ਉਹਨਾਂ ਦੇ ਕੋਲ ਜਾ ਕੇ ਤਰਲਾ ਕਰ ਤੇ ਆਪਣੀ ਜ਼ਬਾਨ ਵਿੱਚੋਂ, ਜੇਬਾਂ ਵਿੱਚੋਂ ਕਹਿ ਕਿ ਕੋਈ ਜਨ ਹਰਸਿਓ ਦੇਵੈ ਜੋਰ, ਚਰਨ ਗਹੂੰ ਬਕੂ ਸੁਭ ਰਸਨਾ ਦੀਜੈ ਪ੍ਰਾਣ। ਅਕੋਰ ਮੈਂ ਆਪਣੇ ਪ੍ਰਾਣਾਂ ਨੂੰ ਕੱਢ ਕੇ ਉਸ ਪਿਆਰੇ ਦੇ ਅੱਗੇ ਰੱਖਣ ਲਈ ਤਿਆਰ ਹਾਂ, ਜਿਹੜਾ ਮੇਰੇ ਪਿਆਰੇ ਨਾਲ ਮੈਨੂੰ ਵਿਛੜੇ ਹੋਏ ਨੂੰ ਮਿਲਾ ਦੇਵੇ। ਆਪ ਛੋੜ ਸੇਵਾ ਕਰੀ ਫਿਰ ਸੱਚੜਾ ਮਿਲੈ ਸਹਿਜ ਸੁਭਾਏ। ਕਹਿਣ ਲੱਗੇ ਫਿਰ ਬਹੁਤਾ ਉਪਰਾਲਾ ਕਰਨ ਦੀ ਵੀ ਲੋੜ ਨਹੀਂ। ਜਦੋਂ ਅਸੀਂ ਆਪਣੀ ਹੰਗਤਾ ਨੂੰ, ਆਪਣੇ ਆਪ ਨੂੰ ਤਿਆਗ ਦੇਵਾਂਗੇ, ਆਪਣੇ ਵਿੱਚੋਂ ਹੰਕਾਰ ਨੂੰ ਛੱਡ ਦੇਵਾਂਗੇ, ਤੇ ਵਾਹਿਗੁਰੂ ਨੇ ਆਪ ਹੀ ਕਿਰਪਾ ਕਰ ਦੇਣੀ ਹੈ। ਜਿਵੇਂ ਭਾਈ ਸਾਹਿਬ, ਭਾਈ ਗੁਰਦਾਸ ਜੀ ਕਹਿੰਦੇ ਆ, ਕਹਿੰਦੇ ਭਾਈ ਤੂੰ ਇੱਕ ਕਦਮ ਗੁਰੂ ਦੇ ਵੱਲ ਤੁਰਨਾ ਕਰ ਤੇ ਸਤਿਗੁਰੂ ਜੀ ਕਰੋੜਾਂ ਪੈਂਡਾ ਅੱਗੇ ਹੋ ਕੇ ਤੈਨੂੰ ਲੈਣ ਵਾਸਤੇ ਆਉਣਗੇ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਆਪ ਛੋੜ ਸੇਵਾ ਕਰੀ ਫਿਰ ਸੱਚੜਾ ਮਿਲੈ ਸਹਿਜ ਸੁਭਾਈ। ਆਪਣੇ ਆਪ ਹੀ ਸਤਿਗੁਰੂ ਨੇ ਕਿਰਪਾ ਕਰਕੇ ਮਿਲਾ ਦੇਣਾ। ਜਿਵੇਂ ਕਿ ਅਸੀਂ ਥੋੜਾ ਜਿਹਾ ਉਪਰਾਲਾ ਕਰਦੇ ਹਾਂ, ਪਿਆਰਿਓ ਰੋਟੀ ਤਿਆਰ ਹੁੰਦੀ ਹੈ, ਰੋਟੀ ਦੀ ਬੁਰਕੀ ਸਬਜ਼ੀ ਦੇ ਨਾਲ ਲਾ ਕੇ ਮੂੰਹ ਦੇ ਵਿੱਚ ਪਾਈ ਜਾਂਦੀ ਹੈ। ਇੱਕ ਵਾਰੀ ਚਿੱਥਣ ਦੀ ਲੋੜ ਹੈ ਤੇ ਜਦੋਂ ਗਲੇ ਤੋਂ ਥੱਲੇ ਹੋ ਜਾਂਦੀ ਹੈ ਨਾ, ਫਿਰ ਸਾਨੂੰ ਕੋਈ ਉਪਰਾਲਾ ਕਰਨ ਦੀ ਲੋੜ ਨਹੀਂ, ਉਹ ਆਪਣੇ ਆਪ ਰਸ ਬਣਦੀ ਹੈ, ਖੂਨ ਬਣ ਜਾਂਦਾ ਹੈ। ਇਸੇ ਤਰ੍ਹਾਂ ਆਪਣੇ ਆਪ ਹੀ ਪ੍ਰਮਾਤਮਾ ਮਿਲਾ ਲਵੇਗਾ। ਫਿਰ ਸੱਚਾ ਮਿਲੈ ਆਏ ਸਾਚ ਕਮਾਏ ਸਾਚ ਸ਼ਬਦ ਧਨ ਰਾਤੀ। ਇਸੇ ਤਰ੍ਹਾਂ ਫਿਰ ਸੱਚਾ ਮਿਲਿਆ ਪ੍ਰਮਾਤਮਾ ਮਿਲ ਜਾਂਦਾ ਹੈ ਤੇ ਸੱਚੇ ਸਾਚ ਕਮਾਏ, ਸੱਚੇ ਕਰਮ ਬੰਦਾ ਕਰਦਾ ਹੈ, ਸਾਚ ਸ਼ਬਦ ਧਨ ਰਾਤੀ। ਉਹ ਜੀਵ ਇਸਤਰੀ ਉਸ ਪਿਆਰੇ ਦੇ ਪਿਆਰ ਵਿੱਚ, ਗੁਰੂ ਦੇ ਸ਼ਬਦ ਵਿੱਚ ਦਿਨ ਤੇ ਰਾਤ ਰਤ ਜਾਂਦੀ ਹੈ, ਗੂੜਾ ਪ੍ਰੀਤ ਬਣਾ ਲੈਂਦੀ, ਗੂੜਾ ਪਿਆਰ ਬਣਾ ਲੈਂਦੀ ਹੈ। ਇਸੇ ਤਰ੍ਹਾਂ ਉਸ ਪਿਆਰੇ ਦੇ ਪਿਆਰ ਵਿੱਚ ਰੱਤੀ ਰਹਿੰਦੀ ਹੈ। ਕਦੇ ਨਾ ਰਾਂਡ ਸਦਾ ਸੁਹਾਗਨ ਅੰਤਰ ਸਹਿਜ ਸਮਾਧੀ। ਇਸੇ ਤਰ੍ਹਾਂ ਅੰਦਰ ਸਹਿਜ ਆ ਜਾਂਦਾ ਹੈ ਤੇ ਉਹਨੂੰ ਇਸ ਗੱਲ ਦਾ ਡਰ ਨਹੀਂ ਰਹਿੰਦਾ ਕਿ ਮੈਂ ਦੁਹਾਗਣ ਬਣ ਜਾਵਾਂਗੀ, ਮੈਂ ਰੰਡੇਪੇ ਵਿੱਚ ਚਲੀ ਜਾਵਾਂਗੀ, ਕਿਉਂਕਿ ਉਹ ਖਾਸਮ ਪ੍ਰਮਾਤਮਾ ਸਦੀ ਵੀ ਹੈ। ਉਹਦੇ ਅੰਦਰੋਂ ਇਹ ਡਰ ਖਤਮ ਹੋ ਜਾਂਦਾ ਹੈ ਤੇ ਹਿਰਦੇ ਅੰਦਰ ਸਹਿਜ ਆ ਜਾਂਦਾ ਹੈ। ਫਿਰ ਰਹਿਆ ਭਰ ਪੂਰੇ ਵੇਖ ਹਦੂਰੇ ਰੰਗ ਮਾਣੇ ਸਹਿਜ ਸੁਭਾਏ। ਹੁਣ ਜੀਵ ਇਸਤਰੀ ਨੂੰ ਜਦੋਂ ਇਸ ਗੱਲ ਦਾ ਬੋਧ ਹੋ ਗਿਆ, ਗਿਆਨ ਹੋ ਗਿਆ ਕਿ ਵਾਹਿਗੁਰੂ ਮੇਰੇ ਅੰਦਰ ਵੀ ਹੈ, ਬਾਹਰ ਵੀ ਹੈ, ਸਾਰਿਆਂ ਥਾਵਾਂ ਤੋਂ ਇੱਕੋ ਹੀ ਨਜ਼ਰ ਆਉਂਦਾ ਹੈ। ਜਿਵੇਂ ਕਿ ਭਾਈ ਕਨ੍ਹਈਆ ਜੀ ਨੂੰ ਪਿਆਰਿਓ ਤੁਰਕਾਂ ਦੇ ਵਿੱਚੋਂ ਵੀ ਆਪਣੇ ਗੁਰੂ ਹੀ ਨਜ਼ਰ ਆਉਂਦੇ ਸੀ, ਸਤਿਗੁਰੂ ਜੀ ਹੀ ਨਜ਼ਰ ਆਉਂਦੇ ਸੀ ਚਾਰੇ ਪਾਸੇ। ਰੱਬ ਦੇ ਪਿਆਰਿਆਂ ਨੂੰ ਹਰ ਇੱਕ ਜੀਵ ਜੰਤੂ, ਹਰ ਇੱਕ ਮਨੁੱਖ ਦੇ ਵਿੱਚੋਂ
ਇੱਕ ਅਕਾਲ ਪੁਰਖ ਵਾਹਿਗੁਰੂ ਹੀ ਨਜ਼ਰ ਆਉਂਦਾ ਹੈ। ਜਿਨੀ ਆਪਣਾ ਕੰਤ ਪਛਾਣਿਆ, ਹੋ ਤਿਨ ਪੁੱਛੋ ਸੰਤਾਂ ਜਾਏ। ਫਿਰ ਸਤਿਗੁਰੂ ਜੀ ਦੁਹਰਾ ਕੇ ਕਹਿੰਦੇ ਆ ਕਿ ਉਹਨਾਂ ਪਿਆਰਿਆਂ ਦੇ ਕੋਲ ਜਾ ਕੇ ਤਰਲਾ ਕਰ ਬੇਨਤੀ ਕਰ ਕਿ ਭਾਈ ਉਹ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਕਿਵੇਂ ਹੋਵੇਗੀ। ਫਿਰ ਹੋ ਵਿਛੁੰਨੀਆਂ ਭੀ ਮਿਲ ਹੈ, ਜੇ ਸਤਿਗੁਰ ਲਾਗਹਿ ਸਾਚੇ ਪਾਏ। ਸਤਿਗੁਰੂ ਜੀ ਕਹਿਣ ਲੱਗੇ ਡੋਲਣ ਦੀ ਲੋੜ ਨਹੀਂ ਹੈ, ਜਿਹੜੇ ਪ੍ਰਮਾਤਮਾ ਨਾਲੋਂ ਟੁੱਟੇ ਹੋਏ ਨੇ, ਵਿਛੜੇ ਹੋਏ ਨੇ, ਉਹਨਾਂ ਦਾ ਮਿਲਾਪ ਵੀ ਦੁਬਾਰਾ ਹੋ ਸਕਦਾ ਹੈ ਜੋ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨਗੇ। ਸਤਿਗੁਰ ਸਦਾ ਦਇਆਲ ਹੈ, ਅਵਗੁਣ ਸ਼ਬਦ ਜਲਾਏ। ਅਕਾਲ ਪੁਰਖ ਵਾਹਿਗੁਰੂ ਸਤਿਗੁਰੂ ਬੜੇ ਦਿਆਲੂ ਨੇ। ਜੇ ਤੇਰੇ ਵਿੱਚ ਕੋਈ ਔਗਣ ਵੀ ਹੈ ਤੇ ਆਪਣਾ ਔਗਣ ਗੁਰੂ ਦੇ ਅੱਗੇ ਰੱਖ, ਸਤਿਗੁਰੂ ਜੀ ਸ਼ਬਦ ਦੇ ਰਾਹੀਂ ਉਸ ਔਗਣ ਨੂੰ ਜਲਾ ਦੇਣਗੇ ਤੇ ਔਗਣਾਂ ਦੇ ਬਦਲੇ ਤੈਨੂੰ ਪਰਮਾਤਮਾ ਗੁਣ ਦੇ ਦੇਣਗੇ, ਰੱਬੀ ਗੁਣ ਮਿਲ ਜਾਣਗੇ। ਔਗਣ ਸ਼ਬਦ ਜਲਾਏ, ਦੂਜਾ ਭਾਉ ਗਵਾਏ, ਸੱਚੇ ਹੀ ਸੱਚ ਰਾਤੀ। ਇਸੇ ਕਰਕੇ ਸ਼ਬਦ ਦੇ ਰਾਹੀਂ ਔਗਣ ਜਲ ਜਾਂਦੇ ਹੈ ਤੇ ਦੂਜਾ ਜਿਹੜਾ ਭਾਉ ਹੈ ਪ੍ਰਮਾਤਮਾ ਨੂੰ ਛੱਡ ਕੇ ਦੇਹਾਂ ਨੂੰ ਗੁਰੂ ਮੰਨਣ ਵਾਲਾ, ਸਤਿਗੁਰੂ ਜੀ ਕਹਿਣ ਲੱਗੇ ਚਲਾ ਜਾਂਦਾ ਹੈ ਤੇ ਸੱਚੇ ਮਾਲਕ ਦੇ ਵਿੱਚ ਬੰਦਾ ਸਮਾ ਜਾਂਦਾ ਹੈ। ਸੱਚੈ ਸ਼ਬਦ ਸਦਾ ਸੁਖ ਪਾਇਆ, ਹਉ ਮੈਂ ਗਈ ਪਰਾਤੀ। ਸਤਿਗੁਰੂ ਜੀ ਕਹਿਣ ਲੱਗੇ ਜਦੋਂ ਸ਼ਬਦ ਦੇ ਰਾਹੀਂ ਸੱਚੇ ਮਾਲਕ ਦਾ ਪਿਆਰ ਖੱਟ ਲਿਆ ਤੇ ਸੁੱਖ ਮਿਲ ਗਿਆ ਤੇ ਆਪਣੇ ਆਪ ਵੀ ਹੰਕਾਰ ਚਲਾ ਜਾਂਦਾ ਹੈ, ਹਉਮੈ ਜ਼ਿੰਦਗੀ ਵਿੱਚੋਂ ਚਲੀ ਜਾਂਦੀ ਹੈ। ਫਿਰ ਨਿਰਮਾਇਲ ਸਦਾ ਸੁਖ ਦਾਤਾ, ਨਾਨਕ ਸ਼ਬਦ ਮਿਲਾਏ। ਅਕਾਲ ਪੁਰਖ ਵਾਹਿਗੁਰੂ ਬੜੇ ਨਿਰਮਲ ਨੇ, ਬੜੇ ਸਵਸ ਨੇ ਤੇ ਜਿਹੜਾ ਵੀ ਉਸ ਸਵਸਤਾ ਦੇ ਨਾਲ ਜੁੜ ਜਾਂਦਾ ਹੈ ਉਹ ਵੀ ਨਿਰਮਲ ਹੋ ਜਾਂਦਾ ਹੈ, ਸ਼ਬਦ ਦੇ ਵਿੱਚ ਮਿਲ ਜਾਂਦਾ ਹੈ ਤੇ ਸੁੱਖਾਂ ਦਾ ਧਾਰਨੀ ਹੋ ਜਾਂਦਾ ਹੈ। ਫਿਰ ਉਹ ਵਿਛੁੰਨੀਆਂ ਭੀ ਮਿਲ ਹੈ, ਜੇ ਸਤਿਗੁਰ ਲਾਗਹਿ ਸਾਚੇ ਪਾਏ। ਸੋ ਇਸੇ ਕਰਕੇ ਸਤਿਗੁਰੂ ਜੀ ਫਿਰ ਕਹਿੰਦੇ ਹੈ ਕਿ ਭਾਈ ਵਿਛੜੀਆਂ ਹੋਈਆਂ ਰੂਹਾਂ ਸਤਿਗੁਰੂ ਦੇ ਦਰ ਦੇ ਨਾਲ ਜੁੜ ਸਕਦੀਆਂ ਨੇ ਜੇ ਅਸੀਂ ਆਪਣੇ ਔਗਣਾਂ ਨੂੰ ਛੱਡ ਕੇ, ਜ਼ਿੰਦਗੀ ਦੇ ਕੀਤੇ ਮਾੜੇ ਕਰਮਾਂ ਨੂੰ ਛੱਡ ਕੇ ਦੁਬਾਰਾ ਸਤਿਗੁਰੂ ਦੇ ਦਰ ਤੇ ਆ ਕੇ ਕਹੀਏ ਕਿ ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਕੈ ਬਿਕ ਖਾਹੀ, ਮਾਇਆ ਮੋਹ ਭਰਮ ਪੈ ਭੁੱਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇ ਮਲੰਤ ਜਮ ਤਰਾਸ ਮਟਾਈ। ਇੱਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਨਾਈ। ਸੋ ਮੈਂ ਧੰਨਵਾਦ ਕਰਦਾ ਹਾਂ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਸੱਚਖੰਡ ਸ੍ਰੀ ਦਰਬਾਰ ਸਾਹਿਬ, ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਬਹੁਤ ਬਹੁਤ ਧੰਨਵਾਦ ਹੈ। ਬੇਨਤੀ ਕਰਾਂਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਨਗਰ ਦੇ ਵਿੱਚ 8 ਰੋਜ਼ਾ ਗੁਰਮਤਿ ਸਮਾਗਮ, ਜੋ ਕਿ ਸਤਿਕਾਰਯੋਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਬੀਬਾ ਜਗੀਰ ਕੌਰ ਜੀ, ਜਿਨ੍ਹਾਂ ਨੇ ਬੜਾ ਸੋਹਣਾ ਉਪਰਾਲਾ ਕੀਤਾ, ਹਰ ਘਰ ਤੱਕ, ਹਰ ਗੁਰਦੁਆਰਾ ਸਾਹਿਬ ਤੱਕ ਗੁਰੂ ਦੀ ਬਾਣੀ, ਗੁਰੂ ਦਾ ਇਤਿਹਾਸ ਪਹੁੰਚਾਉਣ ਦੇ ਲਈ ਉਪਰਾਲਾ ਕੀਤਾ ਗਿਆ। ਹਰ ਨਗਰ ਵਿੱਚ ਗੁਰਮਤਿ ਸਮਾਗਮ ਕੀਤੇ ਜਾ ਰਹੇ ਹੈ। ਸੋ ਜਿਹੜੀਆਂ ਸੰਗਤਾਂ ਸਮਾਗਮ ਕਰਵਾਉਣਾ ਵੀ ਚਾਹੁੰਦੀਆਂ ਨੇ ਉਹ ਦਫ਼ਤਰ ਦੇ ਨਾਲ, ਸ਼੍ਰੀ ਅੰਮ੍ਰਿਤਸਰ ਜਾਂ ਤਖਤਾਂ ਤੇ ਦਫ਼ਤਰ ਬਣੇ ਨੇ, ਉਹਨਾਂ ਨਾਲ ਸੰਪਰਕ ਕਰ ਸਕਦੇ ਹੋ। ਕੋਟਾਨ ਕੋਟ ਧੰਨਵਾਦ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਦਿਓ ਅਸੀਸ, ਬੁਲਾਓ ਫਤਿਹ, ਬੋਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਿਰ ਫਤਿਹ। ਨਿਰਮਾਇਲ ਸਦਾ ਸੁਖ ਦਾਤਾ, ਨਾਨਕ ਸ਼ਬਦ ਮਿਲਾਏ। ਪਿਰਹੁ ਵਿਛੁੰਨੀਆਂ ਭੀ ਮਿਲਹਿ, ਜੇ ਸਤਿਗੁਰ ਲਾਗਹਿ ਸਾਚੇ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।